ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਜੀਆਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਕੱਲ੍ਹ ਤੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਹਾਂ। ਔਰ ਅੱਜ ਵੀ ਉਸੇ ਤਰ੍ਹਾਂ ਹੀ ਆਪਾਂ ਸੰਗਤ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ 'ਤੇ ਜੁੜ ਬੈਠੇ ਹਾਂ। ਤੋ ਕੁਝ ਵਿਚਾਰਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਬਤ ਕੱਲ੍ਹ ਕੀਤੀਆਂ, ਔਰ ਉਸੇ ਲੜੀ ਨੂੰ ਹੀ ਆਪਾਂ ਅੱਗੇ ਤੋਰਨਾ ਹੈ। ਪਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਆਪ ਸਭ ਦੇ ਚਰਨਾਂ 'ਤੇ ਬੇਨਤੀ ਕਰਾਂਗਾ ਵੀ ਆਪਾਂ ਸਭ ਨੇ ਟਿਕਾ ਬਖਸ਼ਣਾ ਹੈ, ਇਕਾਗਰਤਾ ਸਾਰੇ ਬਖਸ਼ੀਏ, ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇ ਔਰ ਬੁਲਾਰੇ ਨੇ ਬੋਲਣਾ ਹੈ, ਉੱਥੇ ਸਰੋਤੇ ਦਾ ਇਕਾਗਰ ਹੋਣਾ ਵੀ ਬੜਾ ਜ਼ਰੂਰੀ ਹੈ। ਇਸ ਕਰਕੇ ਜੇ ਜਿੰਨਾ ਅਸੀਂ ਇਕਾਗਰ ਹੋਵਾਂਗੇ, ਜਿੰਨੀ ਸੰਗਤ ਵਿੱਚ ਵੱਧ ਇਕਾਗਰਤਾ ਹੋਏਗੀ, ਓਨਾ ਰਸ ਬਣੇਗਾ। ਆਉਣ ਜਾਣ ਵਾਲਿਆਂ ਵੱਲ ਆਪਾਂ ਧਿਆਨ ਨਹੀਂ ਦੇਣਾ, ਆਪਸ ਦੇ ਵਿੱਚ ਗੱਲਾਂ ਨਹੀਂ ਕਰਨੀਆਂ, ਪਿੱਛੇ ਵੀ ਜਿਹੜੀਆਂ ਮਾਤਾਵਾਂ ਬੈਠੀਆਂ ਨੇ। ਤੋ ਬਿਲਕੁਲ ਇਕਾਗਰਤਾ ਬਖਸ਼ ਕੇ ਆਓ, ਆਪਾਂ ਸਤਿਗੁਰਾਂ ਦੇ ਚਰਨਾਂ 'ਤੇ ਜੁੜਨਾ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਨੇ ਬਹੁਤ ਪਿਆਰੀ ਫਤਿਹ ਸਾਨੂੰ ਬਖਸ਼ੀ ਹੈ। ਸਾਰੇ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਇਸ ਦੁਨੀਆ ਦੇ ਅੰਦਰ ਪ੍ਰਗਟ ਹੋਈ ਔਰ ਸਰਬੱਤ ਦੇ ਭਲੇ ਲਈ ਹੋਈ ਹੈ, ਸਭ ਦੇ ਲਈ ਹੋਈ ਹੈ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਗੁਰਬਾਣੀ ਕਿਸੇ ਇੱਕ ਫਿਰਕੇ ਦੀ ਆ ਜਾਂ ਕਿਸੇ ਇੱਕ ਧੜੇ ਦੀ ਆ, ਇੱਕ ਕੌਮ, ਇੱਕ ਮਜ਼ਹਬ ਦੀ ਹੈ। ਸਤਿਗੁਰਾਂ ਨੇ ਵਾਰ-ਵਾਰ ਇੱਕੋ ਹੀ ਗੱਲ ਕਹੀ ਹੈ, ਕੋਈ ਗਾਵੈ ਕੋ ਸੁਣੈ। ਕੋਈ ਤੋਂ ਭਾਵ ਕੋਈ ਵੀ, ਮੈਟਰ ਨਹੀਂ ਕਰਦਾ ਉਹਦਾ ਧਰਮ ਕੀ ਹੈ, ਮੈਟਰ ਨਹੀਂ ਕਰਦਾ ਉਹਦੀ ਜਾਤ ਕੀ ਹੈ, ਇਹ ਜ਼ਰੂਰੀ ਨਹੀਂ ਵੀ ਉਹ ਕਿਹੜੇ ਦੇਸ਼ ਵਿੱਚ ਰਹਿੰਦਾ ਹੈ। ਕੋਈ ਗਾਵੈ, ਕੋਈ ਵੀ ਗਾ ਲਵੇ ਇਹਨੂੰ, ਕੋ ਸੁਣੈ ਅਤੇ ਕੋਈ ਵੀ ਸੁਣ ਲਵੇ। ਕੋਈ ਵੀ ਹੋਵੇ ਮਨੁੱਖ ਇਸ ਦੁਨੀਆ ਦੇ ਵਿੱਚ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ। ਅਤੇ ਮਹਾਰਾਜ ਕਹਿੰਦੇ ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਦੁਨੀਆ ਦਾ ਕੋਈ ਵੀ ਜੀਵ ਮਨੁੱਖ ਹੋਵੇਗਾ, ਉਹ ਇਸ ਗੁਰਬਾਣੀ ਨੂੰ ਸੁਣੇਗਾ, ਗਾਏਗਾ। ਮਹਾਰਾਜ ਕਹਿੰਦੇ ਉਹਦਾ ਪਾਰ ਉਤਾਰਾ ਜ਼ਰੂਰ ਹੋਵੇਗਾ, ਉਹ ਜ਼ਰੂਰ ਇਸ ਸੰਸਾਰ ਭਵਜਲ ਤੋਂ ਪਾਰ ਹੋਏਗਾ। ਇਸ ਕਰਕੇ ਇਹ ਭਰੋਸਾ ਰੱਖਣਾ ਹੈ। ਸਭ ਤੋਂ ਪਹਿਲਾਂ ਉਸੇ ਲੜੀ ਨੂੰ ਆਪਾਂ ਤੋਰਦੇ ਹਾਂ ਅੱਗੇ। ਆਪਾਂ ਹਜੇ ਤੱਕ ਇਹ ਵਿਚਾਰ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਮੁੱਖ ਉਪਦੇਸ਼ ਕੀ ਹੈ। ਕੱਲ੍ਹ ਆਪਾਂ ਵਿਚਾਰਿਆ ਸੀ ਵੀ ਇੱਕ ਦੀ ਗੱਲ ਹੈ ਔਰ ਕੁਦਰਤ ਦੀ ਗੱਲ ਹੈ, ਇੱਕ 'ਚ ਅਭੇਦ ਕਰਨ ਵਾਲੇ ਗੁਰੂ ਦੀ ਗੱਲ ਹੈ,
ਉਸ ਇੱਕ ਤੱਕ ਪਹੁੰਚਣ ਦਾ ਰਸਤਾ ਕੀ ਹੈ ਉਹਦੀ ਗੱਲ ਕੀਤੀ ਗਈ ਹੈ। ਜਿਹੜੇ ਇੱਕ 'ਚ ਅਭੇਦ ਹੋ ਗਏ ਉਹਨਾਂ ਦੀ ਗੱਲ ਹੈ। ਇੱਕ ਤੋਂ ਟੁੱਟਣ ਦੇ ਕਾਰਨ ਕੀ ਨੇ ਉਹਦੀ ਗੱਲ ਹੈ, ਅਤੇ ਇੱਕ ਤੋਂ ਟੁੱਟਿਆਂ ਦੇ ਹਾਲਾਤ ਕੀ ਨੇ ਉਹਦੀ ਗੱਲ ਕੀਤੀ ਹੈ। ਇਹ ਆਪਾਂ ਇੱਥੋਂ ਤੱਕ ਵਿਚਾਰਿਆ। ਹੁਣ ਉਸੇ ਲੜੀ ਨੂੰ ਅੱਗੇ ਤੋਰਨਾ ਹੈ। ਅਤੇ ਇੱਕ ਆ ਸਮਝਿਓ ਸਤ ਸੰਗਤ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਆ ਇਹ ਸਮੁੱਚੀ ਕਾਇਨਾਤ ਵਾਸਤੇ ਆ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਥੋੜ੍ਹੇ ਵੱਖ-ਵੱਖ ਪੱਖ ਆਪਾਂ ਵਿਚਾਰਾਂਗੇ ਕਿ ਸਤਿਗੁਰੂ ਜੀ ਦੀ ਵੇਖੋ ਕਿੱਡਾ ਵਿਸ਼ਾਲ ਹਿਰਦਾ ਹੋਵੇਗਾ ਕਿ ਸਤਿਗੁਰੂ ਜੀ ਨੇ ਕਿਸੇ ਤਰ੍ਹਾਂ ਦੀ ਕੋਈ ਸੰਕੀਰਣਤਾ ਜਾਂ ਕਿਸੇ ਤਰ੍ਹਾਂ ਦੀ ਕੋਈ ਤੰਗਦਿਲੀ ਤਾਂ ਰਹਿਣ ਹੀ ਦਿੱਤੀ ਨਹੀਂ, ਕੋਈ ਰਹਿਣ ਹੀ ਨਹੀਂ ਦਿੱਤੀ, ਕੋਈ ਵਿਤਕਰਾ ਤਾਂ ਰਹਿਣ ਹੀ ਨਹੀਂ ਦਿੱਤਾ। ਆਮ ਤੌਰ 'ਤੇ ਵਿਤਕਰੇ ਕਿੰਨਾ ਗੱਲਾਂ ਤੋਂ ਹੁੰਦੇ ਆ, ਜਾਤ ਦੇ ਨਾਮ 'ਤੇ ਹੁੰਦੇ ਆ, ਧਰਮ ਦੇ ਨਾਮ 'ਤੇ ਹੁੰਦੇ ਆ। ਔਰ ਆਪਾਂ ਵੇਖਿਆ ਕਿ ਰੱਬ ਦੇ ਨਾਮਾਂ ਦੇ ਵਿਤਕਰੇ ਹੁੰਦੇ ਨੇ। ਕੋਈ ਕਹਿੰਦਾ ਮੈਂ ਆਹ ਨਾਮ ਲੈਣਾ, ਕੋਈ ਕਹਿੰਦਾ ਨਹੀਂ ਮੈਂ ਆਹ ਨਾਮ ਲੈਣਾ। ਮਜ਼ਹਬ ਦੇ ਨਾਮ 'ਤੇ ਵਿਤਕਰੇ ਹੁੰਦੇ ਆ, ਨਾਮ ਰੱਬ ਦੇ ਨਾਮਾਂ ਦੇ ਨਾਮ 'ਤੇ ਵਿਤਕਰੇ ਹੁੰਦੇ ਆ, ਧਾਰਮਿਕ ਅਸਥਾਨਾਂ ਦੇ ਨਾਮ 'ਤੇ ਵਿਤਕਰੇ ਹੁੰਦੇ ਆ। ਇਸ ਤਰ੍ਹਾਂ ਸਮਾਜ ਨੂੰ ਵੰਡ ਦਿੱਤਾ ਗਿਆ। ਪਰ ਜਿਸ ਸਮਾਜ ਨੂੰ ਇਸ ਤਰ੍ਹਾਂ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਦੇ ਵਾਸਤੇ ਇਹ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨਬੋ। ਗੁਰਬਾਣੀ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਨੇ ਆਹ ਵਿਤਕਰਾ ਖਤਮ ਕੀਤਾ ਕਿ ਇੱਥੇ ਕੋਈ ਜਾਤ ਦੇ ਨਾਮ 'ਤੇ ਕੋਈ ਵਿਤਕਰਾ ਹੀ ਨਹੀਂ ਹੈਗਾ, ਕੋਈ ਵਰਨ ਵੰਡ ਹੈ ਹੀ ਨਹੀਂ। ਹੁਣੇ ਭਾਈ ਸਾਹਿਬ ਜੀ ਨੇ ਮੈਨੂੰ ਇੱਕ ਬੇਨਤੀ ਕੀਤੀ ਸੀ ਵੀ ਤੁਸੀਂ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਦੀ ਵਿਆਖਿਆ ਜ਼ਰੂਰ ਕਰਿਓ ਘੱਟੋ ਘੱਟ, ਅਤੇ ਮੈਂ ਆਰੰਭ ਉਸੇ ਤੋਂ ਹੀ ਕਰਨਾ ਚਾਹੁੰਦਾ। ਜਦੋਂ ਜਾਤ ਦੀ ਗੱਲ ਆਉਂਦੀ ਆ ਨਾ, ਭਗਤ ਰਵਿਦਾਸ ਜੀ ਖੁੱਲ੍ਹ ਕੇ ਬੋਲੇ ਹੈ। ਭਗਤ ਰਵਿਦਾਸ ਜੀ ਦਾ ਬਚਨ ਆਉਂਦਾ, ਕਹਿੰਦੇ ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰੰ। ਕਹਿੰਦੇ ਇਹ ਨਗਰ ਵਾਲਿਓ ਸੁਣ ਲਿਓ, ਮੰਨਦਾ ਹੈ ਤੁਸੀਂ ਕਹਿੰਦੇ ਹੋ ਵੀ ਮੈਂ ਚਮਾਰ ਹਾਂ। ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰੰ, ਪਰ ਨਾਲ ਇਹ ਵੀ ਧਿਆਨ ਰੱਖਿਓ ਇਹ ਮੈਟਰ ਹੀ ਨਹੀਂ ਕਰਦਾ ਮੈਂ ਕੌਣ ਹੈ। ਇਹ ਮੈਟਰ ਹੀ ਨਹੀਂ ਕਰਦਾ ਕੌਣ ਚਮਾਰ ਹੈ, ਕੌਣ ਜੱਟ ਹੈ, ਕੌਣ ਮਿਸਤਰੀ, ਕੌਣ ਕੀ ਹੈ। ਕਿਉਂ ਨਹੀਂ ਮੈਟਰ ਕਰਦਾ? ਕਿਉਂਕਿ ਕਹਿੰਦੇ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਹੁਣ ਮੇਰੇ ਹਿਰਦੇ 'ਤੇ ਤਾਂ ਰਾਮ ਵੱਸਦਾ ਹੈ। ਹੁਣ ਉਹ ਕੋਈ ਜਾਤਾਂ ਪਾਤਾਂ ਨਹੀਂ ਰਹਿ ਗਈਆਂ, ਹੁਣ ਉਹ ਵਿਤਕਰੇ ਨਹੀਂ ਰਹਿ ਗਏ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਤੇ ਭਗਤ ਜੀ ਰਹਾਉ ਦੀ ਤੁਕ ਤੋਂ ਬਾਅਦ ਕਹਿੰਦੇ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਣੰ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ। ਗੰਗਾ ਦਾ ਜਲ ਪਵਿੱਤਰ ਮੰਨਿਆ ਜਾਂਦਾ ਹੈ, ਪਰ ਉਸ ਗੰਗਾ ਦੇ ਜਲ ਤੋਂ ਅਸੀਂ ਸ਼ਰਾਬ ਬਣਾ ਲਈਏ, ਕਹਿੰਦੇ ਸੰਤ ਜਨ ਉਹ ਵੀ ਨਹੀਂ ਪੀਂਦੇ। ਪਰ ਨਾਲ ਇਹ ਵੀ ਧਿਆਨ ਦਿਓ, ਗੰਦੇ ਨਾਲੇ ਜਾਂ ਕੋਈ ਇਵੇਂ ਦੀ ਚੀਜ਼ ਗੰਗਾ 'ਚ ਜਾ ਕੇ ਮਿਲ ਜਾਵੇ, ਉਹ ਫਿਰ ਫਰਕ ਨਹੀਂ ਰਹਿ ਜਾਂਦਾ, ਉਹ ਗੰਗਾ ਦਾ ਹੀ ਰੂਪ ਹੋ ਜਾਂਦਾ ਹੈ। ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਣੰ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ। ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ। ਭਗਤ ਭਗਉਤ ਲਿਖੀਐ ਤਿਹ ਉਪਰੇ, ਪੂਜੀਐ ਕਰ ਨਮਸਕਾਰੰ। ਪੁਰਾਣੇ ਸਮੇਂ ਦੇ ਵਿੱਚ ਆ ਕਾਗਜ਼ ਜਿਹੜੇ ਤਾੜੀ ਦੇ ਰੁੱਖ ਤੋਂ ਬਣਦੇ ਸੀ, ਤਾੜੀ ਦਾ ਰੁੱਖ ਹੁੰਦਾ ਹੈ ਅਤੇ ਉਹਦੇ ਵਿੱਚੋਂ ਨਸ਼ਾ ਚੋਂਦਾ, ਨਸ਼ਾ ਵੀ ਬਣਦਾ ਉਹਦੇ 'ਚੋਂ, ਨਸ਼ਾ ਚੋਂਦਾ ਹੈ। ਇਸ ਕਰਕੇ ਉਸ ਰੁੱਖ ਨੂੰ ਬੜਾ ਅਪਵਿੱਤਰ ਮੰਨਿਆ ਜਾਂਦਾ ਸੀ ਵੀ ਇਹ ਰੁੱਖ ਪਵਿੱਤਰ ਨਹੀਂ ਹੈਗਾ। ਔਰ ਉਸੇ ਰੁੱਖ ਤੋਂ ਕਾਗਜ਼ ਵੀ ਬਣਦੇ ਸਨ। ਅਤੇ ਕਮਾਲ ਦੀ ਗੱਲ ਵੀ ਜਿਸ ਰੁੱਖ ਨੂੰ ਅਪਵਿੱਤਰ ਕਹਿੰਦੇ ਸੀ, ਨੀਚ ਕਹਿੰਦੇ ਸੀ, ਭਗਤ ਜੀ ਕਹਿੰਦੇ ਉਸੇ ਰੁੱਖ ਤੋਂ ਕਾਗਜ਼ ਬਣਿਆ। ਉਸ ਕਾਗਜ਼ ਦੇ ਉੱਤੇ ਰੱਬ ਦੀ ਸਿਫਤ ਲਿਖੀ ਗਈ ਅਤੇ ਕਹਿੰਦੇ ਮੈਂ ਦੇਖਿਆ ਵੀ ਜਿਸ ਰੁੱਖ ਨੂੰ ਅਪਵਿੱਤਰ ਕਹਿੰਦੇ ਆ, ਜਦੋਂ ਉਹਦੇ ਤੋਂ ਬਣੇ ਹੋਏ ਕਾਗਜ਼ 'ਤੇ ਰੱਬ ਦੀ ਸਿਫਤ ਲਿਖ ਦਿੱਤੀ ਗਈ ਨਾ, ਮੈਂ ਕਈ ਵੱਡੀਆਂ ਵੱਡੀਆਂ ਜਾਤਾਂ ਵਾਲਿਆਂ ਨੂੰ ਵੀ ਉਸ ਕਾਗਜ਼ ਅੱਗੇ ਝੁਕਦੇ ਦੇਖਿਆ ਹੈ। ਉਹਦੇ ਅੱਗੇ ਝੁਕ ਜਾਂਦੇ ਆ ਜਿਸ ਕਾਗਜ਼ 'ਤੇ ਰੱਬ ਦੀ ਸਿਫਤ ਲਿਖ ਦਿੱਤੀ ਜਾਵੇ। ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ। ਭਗਤ ਭਗਉਤ ਲਿਖੀਐ ਤਿਹ ਉਪਰੇ, ਪੂਜੀਐ ਕਰ ਨਮਸਕਾਰੰ। ਅਤੇ ਫਿਰ ਨਿਚੋੜ ਕੱਢਦੇ ਨੇ, ਕਹਿੰਦੇ ਵੀ ਜਿਵੇਂ ਭਾਵੇਂ ਕੋਈ ਗੰਦਾ ਪਾਣੀ ਵੀ ਹੋਵੇ, ਉਹ ਗੰਗਾ ਦੇ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਸ ਤਾੜੀ ਦੇ ਰੁੱਖ ਨੂੰ ਅਪਵਿੱਤਰ ਕਹਿੰਦੇ ਹੋ, ਉਹਦੇ ਉਸ ਤੋਂ ਬਣੇ ਹੋਏ ਕਾਗਜ਼ 'ਤੇ ਰੱਬ ਦੀ ਸਿਫਤ ਲਿਖ ਦਿੱਤੀ ਜਾਵੇ, ਉਹਨੂੰ ਪੂਜਿਆ ਜਾਂਦਾ ਹੈ। ਜਾਤ ਕੋਈ ਵੀ ਹੋਵੇ, ਮਹਾਰਾਜ ਕਹਿੰਦੇ ਜਿਸ ਦੇ ਹਿਰਦੇ 'ਤੇ ਵਾਹਿਗੁਰੂ ਦਾ ਨਾਮ ਲਿਖਿਆ ਗਿਆ ਨਾ, ਸੱਚ ਜਾਣਿਓ ਪੂਰੀ ਦੁਨੀਆ ਉਹਦੇ ਅੱਗੇ ਝੁਕ ਜਾਂਦੀ, ਭਾਵੇਂ ਕਿਸੇ ਵੀ ਜਾਤ ਦਾ ਹੋਵੇ।
ਤੇ ਭਗਤ ਰਵਿਦਾਸ ਦਾ ਬਚਨ ਹੈ, ਕਹਿੰਦੇ ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ। ਕਹਿੰਦੇ ਆਮ ਤੌਰ 'ਤੇ ਦੁਨੀਆ ਮੇਰੀ ਜਾਤ ਨੂੰ ਨੀਵਾਂ ਦੱਸਦੀ ਹੈ, ਮੈਂ ਪਸ਼ੂ ਢੋਨਾ ਹੈ, ਜੁੱਤੀਆਂ ਗੰਢਦਾ ਮੰਨਦਾ, ਪਰ ਕਹਿੰਦੇ ਜਿਸ ਨੂੰ ਬ੍ਰਾਹਮਣ ਨਫ਼ਰਤ ਕਰਦੇ ਸੀ, ਜਿਸ ਤੋਂ ਉੱਚੀਆਂ ਜਾਤਾਂ ਵਾਲੇ ਦੂਰ ਹੋ ਜਾਂਦੇ ਸੀ, ਕਹਿੰਦੇ ਅੱਜ ਮੈਂ ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਨਾ, ਇਸੇ ਬਨਾਰਸ ਦੇ ਵੱਡੇ ਤੋਂ ਵੱਡੇ ਪੰਡਤ ਆ ਕੇ ਇਹਨਾਂ ਪੈਰਾਂ 'ਤੇ ਮੱਥੇ ਟੇਕਦੇ ਨੇ, ਝੁਕ ਗਏ। ਹੁਣ ਬ੍ਰਾਹਮਣ ਹੋ ਕੇ ਇੱਕ ਚਮਾਰ ਦੇ ਅੱਗੇ ਝੁਕਦੇ ਪਏ ਨੇ। ਸਿਧਾਂਤ ਸਮਝਿਓ ਇਸ ਗੱਲ ਦਾ। ਤੇ ਭਗਤ ਰਵਿਦਾਸ ਜੀ ਨੂੰ ਪੁੱਛਿਆ ਵੀ ਐਡੇ ਐਡੇ ਵੱਡੇ ਬ੍ਰਾਹਮਣ ਉੱਚੀਆਂ ਜਾਤਾਂ ਵਾਲੇ ਤੁਹਾਡੇ ਅੱਗੇ ਝੁਕ ਗਏ? ਤੇ ਕਹਿੰਦੇ ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ। ਵਿਪਰ ਦਾ ਅਰਥ ਹੈ ਬ੍ਰਾਹਮਣ, ਪ੍ਰਧਾਨ ਭਾਵ ਉਸ ਇਲਾਕੇ ਦਾ ਸਭ ਤੋਂ ਵੱਡਾ ਬ੍ਰਾਹਮਣ, ਸਭ ਤੋਂ ਵੱਡਾ। ਅਬ ਵਿਪਰ ਪ੍ਰਧਾਨ ਤੈ ਕਰੇ ਡੰਡੌਤ। ਡੰਡੌਤ ਦਾ ਮਤਲਬ ਤੁਸੀਂ ਸਮਝਦੇ ਹੋ, ਬਿਲਕੁਲ ਲੰਮੇ ਪੈ ਕੇ ਐ ਮੱਥਾ ਟੇਕਣਾ, ਲੰਮੇ ਹੀ ਪੈ ਜਾਣਾ। ਕਹਿੰਦੇ ਬ੍ਰਾਹਮਣ ਵੀ ਵਿਛ ਗਏ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵਿਛਾਤ ਆ ਇੱਕਦਮ, ਵੀ ਭਗਤ ਰਵਿਦਾਸ ਜੀ ਦੇ ਪ੍ਰਤਾਪ ਨੇ ਬ੍ਰਾਹਮਣ ਵੀ ਵਿਛਾਤੇ ਇੱਕ ਵਾਰੀ, ਵੀ ਵੱਡੇ ਵੱਡੇ ਬ੍ਰਾਹਮਣ ਵੀ ਆ ਗਏ ਉਹਨਾਂ ਦੇ ਚਰਨਾਂ 'ਤੇ ਝੁਕ ਗਏ। ਕਹਿੰਦੇ ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੇ ਡੰਡੌਤ। ਪਰ ਕਹਿੰਦੇ ਇਹ ਮਹਿਮਾ ਕਿਹਦੀ ਆ? ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਇਹ ਮਹਿਮਾ ਉਦੋਂ ਬਣੀ ਜਦੋਂ ਮੈਂ ਤੇਰੇ ਨਾਮ ਦੇ ਨਾਲ ਜੁੜ ਗਿਆ। ਤੋ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਜਾਤ ਪਾਤ ਮੈਟਰ ਹੀ ਨਹੀਂ ਕਰਦੀ। ਵੈਸੇ ਤਾਂ ਇੱਕ ਗੁਰਬਾਣੀ ਦੇ ਵਿੱਚ ਇੱਕ ਇਹ ਪੱਖ ਰੱਖਿਆ ਗਿਆ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਦੇ ਆ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ, ਉੱਥੇ ਮਨੁੱਖਾਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਆਹ ਕੋਈ ਜਾਤਾਂ ਨਹੀਂ ਹੁੰਦੀਆਂ, ਪਰ ਫਿਰ ਵੀ ਜਾਤਾਂ ਦੋ ਕਿਸਮ ਦੀਆਂ ਹੀ ਹੁੰਦੀਆਂ। ਮਨੁੱਖਾਂ 'ਚ ਵੀ ਦੋ ਕਿਸਮ ਦੀਆਂ ਹੀ ਜਾਤਾਂ ਹੁੰਦੀਆਂ। ਇੱਧਰ ਧਿਆਨ ਦਿਓ ਭੈਣ ਜੀ, ਮੈਂ ਕਿਹਾ ਉੱਧਰ ਆਏ ਗਏ ਵੱਲ ਨਹੀਂ ਦੇਖਣਾ, ਧਿਆਨ ਦਿਓ ਜੀ ਇੱਧਰ ਸਾਰੇ। ਇੱਕ ਆਪਾਂ ਰਹਿਰਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਖਸਮ ਵਿਸਾਰਹਿ ਤੇ ਕਮਜਾਤ। ਮਹਾਰਾਜ ਕਹਿੰਦੇ ਵੈਸੇ ਤਾਂ ਕੋਈ ਜਾਤ ਪਾਤ ਹੁੰਦੀ ਨਹੀਂ, ਪਰ ਜੇ ਕੋਈ ਨੀਵਾਂ ਹੁੰਦਾ ਹੈ ਤੇ ਉਹ ਨੀਵਾਂ ਪਤਾ ਕੌਣ ਹੁੰਦਾ? ਨੀਵਾਂ ਉਹ ਹੁੰਦਾ ਜਿਹਨੂੰ ਰੱਬ ਭੁੱਲ ਗਿਆ। ਉਹ ਭਾਵੇਂ ਬ੍ਰਾਹਮਣ ਵੀ ਕਿਉਂ ਨਾ ਹੋਵੇ, ਉਹ ਭਾਵੇਂ ਉੱਚੀ ਜਾਤ ਵਾਲਾ ਵੀ ਕਿਉਂ ਨਾ ਹੋਵੇ, ਤੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਉਹਨੂੰ ਦੁਨੀਆ ਭਾਵੇਂ ਨੀਵਾਂ ਕਹਿੰਦੀ ਹੋਵੇ, ਮਹਾਰਾਜ ਕਹਿੰਦੇ ਉਹ ਤਾਂ ਰਾਜਾ ਹੈ, ਪੂਰੀ ਸ੍ਰਿਸ਼ਟੀ ਦਾ ਰਾਜਾ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ। ਮਹਾਰਾਜ ਕਹਿੰਦੇ ਕਿਸੇ ਦੇ ਹਾਲਾਤ ਇਹ ਹੋਣ ਕਿ ਕੱਖਾਂ ਦੀ ਕੁੱਲੀ 'ਚ ਰਹਿ ਰਿਹਾ ਹੋਵੇ, ਕੋਈ ਸੋਹਣੀ ਜਾਤ ਨਹੀਂ, ਕੋਈ ਸੋਹਣਾ ਪਰਿਵਾਰ ਨਹੀਂ, ਕੋਈ ਸੋਹਣਾ ਰੰਗ ਰੂਪ ਨਹੀਂ, ਕੋਈ ਰਿਸ਼ਤੇਦਾਰ ਮਿੱਤਰ ਨਹੀਂ, ਪਰ ਐਸੇ ਹਾਲਾਤ ਵਾਲਾ ਮਨੁੱਖ ਵੀ ਜੇ ਵਾਹਿਗੁਰੂ ਦੇ ਨਾਮ ਨਾਲ ਜੁੜਿਆ, ਮਹਾਰਾਜ ਕਹਿੰਦੇ ਉਹਨੂੰ ਭਿਖਾਰੀ ਨਾ ਸਮਝਿਓ, ਉਹ ਤਾਂ ਸ੍ਰਿਸ਼ਟੀ ਦਾ ਰਾਜਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ। ਪਰ ਦੂਜੇ ਪਾਸੇ ਮਹਾਰਾਜ, ਬੱਚੇ ਚੁੱਪ, ਬਿਲਕੁਲ ਚੁੱਪ ਕਰਨਾ। ਤੇ ਦੂਜੇ ਪਾਸੇ ਮਹਾਰਾਜ ਦਾ ਬਚਨ ਆਉਂਦਾ, ਕਹਿੰਦੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਸੂਰੇ। ਪਰ ਮਹਾਰਾਜ ਕਹਿੰਦੇ ਦੇਖੋ ਕੋਈ ਮਨੁੱਖ ਆਪਦੇ ਆਪ ਨੂੰ ਬੜਾ ਵੱਡਾ ਸਮਝਦਾ ਪਿਆ, ਉਹਦੇ ਕੋਲ ਸੋਹਣੇ ਮਹੱਲਾਂ 'ਚ ਰਹਿੰਦਾ ਹੈ, ਸੋਹਣੇ ਬੈੱਡ ਨੇ ਉਹਦੇ ਕੋਲ, ਬੜੀ ਦੌਲਤ ਉਹਦੇ ਕੋਲ, ਉੱਚੀ ਜਾਤ ਹੈ ਉਹਦੇ ਕੋਲ, ਪਰ ਮਹਾਰਾਜ ਕਹਿੰਦੇ ਜੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਨਾ, ਤੇ ਉਹ ਉੱਚੀ ਜਾਤ ਦਾ ਅਭਿਮਾਨ ਨਾ ਕਰੇ, ਉਹ ਤਾਂ ਗੰਦਗੀ ਦਾ ਕੀੜਾ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਸੂਰੇ। ਪਰ ਮਹਾਰਾਜ ਕਹਿੰਦੇ ਸੋ ਪ੍ਰਭ ਚੇਤਨਾ ਆਵਈ ਬਿਸਟਾ ਕੇ ਕੀਰੇ। ਬਿਸਟਾ ਕੇ ਕੀਰੇ ਦਾ ਮਤਲਬ ਸਮਝਦੇ? ਬਿਸਟਾ ਮਤਲਬ ਗੰਦਗੀ, ਗੰਦਗੀ ਦਾ ਕੀੜਾ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਾਤਾਂ ਪਾਤਾਂ ਤੋਂ ਉੱਪਰ ਉੱਠੋ, ਬਸ ਆਹ ਦੋ ਹੀ ਵੰਡੀਆਂ, ਇੱਕ ਖਸਮ ਨੂੰ ਭੁੱਲ ਜਾਣ ਵਾਲੇ, ਇੱਕ ਖਸਮ ਨੂੰ ਚੇਤੇ ਕਰਨ ਵਾਲੇ, ਬਸ ਆਹ ਦੋ ਹੀ ਕਿਸਮਾਂ ਨੇ। ਹੁਣ ਅਸੀਂ ਕਿੰਨਾ ਚਾ, ਭਾਵੇਂ ਕੋਈ ਕਹੀ ਜਾਵੇ ਵੀ ਮੈਂ ਜੱਟ ਹਾਂ ਜੀ, ਮੈਂ ਬ੍ਰਾਹਮਣ ਆ ਜੀ, ਮੈਂ ਖੱਤਰੀ ਆ ਜੀ, ਮਹਾਰਾਜ ਕਹਿੰਦੇ ਨਾ, ਆਹ ਵੇਖ ਤੈਨੂੰ ਖਸਮ ਚੇਤੇ ਆ ਕਿ ਨਹੀਂ ਚੇਤੇ? ਜੇ ਤਾਂ ਚੇਤੇ ਹੈ ਫਿਰ ਤਾਂ ਸਭ ਤੋਂ ਉੱਚਾ ਹੈ, ਉੱਤਮ ਹੈ, ਤੇ ਜੇ ਨਹੀਂ ਚੇਤੇ ਫਿਰ ਖਸਮ ਵਿਸਾਰਹਿ ਤੇ ਕਮ ਜਾ, ਫਿਰ ਕਮਜਾ ਤੇ ਤੂੰ।
ਗੁਰਬਾਣੀ ਦੇ ਵਿੱਚ ਜਿੱਥੇ ਆਪਾਂ ਗੁਰਬਾਣੀ ਨੂੰ ਸਰਬ ਸਾਂਝੀ ਕਹਿੰਦੇ ਆ ਨਾ, ਗੁਰਬਾਣੀ ਵਿੱਚ ਜਾਤਾਂ ਪਾਤਾਂ ਦੇ ਵਿਤਕਰੇ ਮਿਟਾ ਦਿੱਤੇ ਗਏ। ਜਿੱਥੇ ਇੱਥੇ ਬ੍ਰਾਹਮਣ ਦੀ ਬਾਣੀ ਆ, ਉੱਥੇ ਚਮਾਰ ਦੀ ਵੀ ਬਾਣੀ ਆ। ਅਸੀਂ ਜਿੱਥੇ ਭਗਤ ਰਵਿਦਾਸ ਨੂੰ ਮੱਥੇ ਟੇਕਦੇ ਆ, ਜਿੱਥੇ ਗੁਰੂ ਨਾਨਕ ਸਾਹਿਬ ਨੂੰ ਮੱਥੇ ਟੇਕਦੇ ਆ, ਅਸੀਂ ਭਗਤ ਕਬੀਰ ਨੂੰ ਵੀ ਮੱਥਾ ਟੇਕਦੇ ਆ, ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕਦੇ ਆ। ਜਾਤਾਂ ਪਾਤਾਂ ਦੇ ਤਾਂ ਵਿਤਕਰੇ ਹੀ ਖਤਮ ਕਰ ਦਿੱਤੇ ਗਏ। ਤੇ ਮਹਾਰਾਜ ਕਹਿੰਦੇ ਜੇ ਕੋਈ ਬ੍ਰਾਹਮਣ ਵੀ ਹੋਵੇ ਪਰ ਜੇ ਉਹਨੇ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਿਆ, ਉਹਦਾ ਜਨਮ ਵੀ ਵਿਅਰਥ ਹੀ ਜਾਏਗਾ। ਉਹ ਇਹ ਨਾ ਸੋਚੇ ਵੀ ਮੈਂ ਬ੍ਰਾਹਮਣ ਰੂਪ ਜਨਮ ਲਿਆ ਹੈ ਤੇ ਮੈਂ ਹੁਣ ਤਰ ਜੂੰਗਾ। ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੇ ਵਿਸਰੇ। ਜਿਸ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ, ਜੇ ਉਹ ਭੁੱਲ ਗਿਆ ਤੇ ਬ੍ਰਾਹਮਣ ਦਾ ਜਨਮ ਵੀ ਵਿਅਰਥ ਹੀ ਹੈ, ਉਹਦਾ ਜਨਮ ਵੀ ਵਿਅਰਥ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਾਤਾਂ ਪਾਤਾਂ ਦਾ ਕੋਈ ਗੱਲ ਹੀ ਨਹੀਂ ਹੈਗੀ ਇੱਥੇ। ਇਸ ਕਰਕੇ ਅਸੀਂ ਜਦੋਂ ਝੁਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਅੱਗੇ, ਤਾਂ ਅਸੀਂ ਇਹ ਹੰਕਾਰ ਲਾ ਦੇਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਝੁਕਣ ਵਾਲੇ ਵੀ ਕਹਿਣ ਕਿ ਮੈਂ ਫਲਾਣੀ ਜਾਤ ਦਾ, ਮੈਂ ਫਲਾਣੀ ਜਾਤ ਦਾ। ਤੇ ਅਕਸਰ ਦਾਸ ਇੱਕ ਬੇਨਤੀ ਕਰਦਾ ਹੁੰਦਾ, ਕਈ ਵਿਦਵਾਨ ਵੀ ਕਰਦੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਾਉਣ ਦਾ ਇੱਕੋ ਹੀ ਤਰੀਕਾ ਜੇ, ਗੁਰੂ ਗ੍ਰੰਥ ਸਾਹਿਬ ਦੀ ਮੰਨ ਲਓ ਤੇ ਗੁਰੂ ਗ੍ਰੰਥ ਸਾਹਿਬ ਦੀ ਮੰਨਣਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਇਹ ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਨਹੀਂ ਤੇ ਭਾਵੇਂ ਮੱਥੇ ਵੀ ਟੇਕ ਲਓ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਵੀ ਨਹੀਂ। ਕੋਈ ਕਹੀ ਜਾਵੇ ਵੀ ਮੈਂ ਸਿੱਖ ਹਾਂ, ਕੋਈ ਕਹੀ ਜਾਵੇ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ, ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਪਰ ਮਹਾਰਾਜ ਨੇ ਸਪਸ਼ਟ ਕਿਹਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਦਾ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਵੀ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਵੀ ਨਹੀਂ ਹੈ। ਇਸ ਕਰਕੇ ਸਿੱਖ ਬਣਨਾ ਹੈ ਤੇ ਗੁਰੂ ਦੀ ਗੱਲ ਮੰਨਣੀ ਪੈਣੀ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਔਰ ਤੁਸੀਂ ਇਹ ਗੱਲ ਭਲੀ ਭਾਂਤ ਜਾਣਦੇ ਹੋ ਵੀ ਸਾਡੇ ਵੀ ਬੱਚੇ ਹੁੰਦੇ ਆ, ਬੱਚੇ ਹੈਗੇ ਤੁਹਾਡੇ, ਤੇ ਇੱਕ ਪਾਸੇ ਬੱਚਾ ਸਾਨੂੰ ਕਹੀ ਜਾਵੇ ਮਾਤਾ ਜੀ, ਪਿਤਾ ਜੀ, ਇਹ ਵੀ ਕਹਿਣਾ ਜ਼ਰੂਰੀ ਹੈ, ਕਹਿਣਾ ਚਾਹੀਦਾ ਹੈ। ਪਰ ਮਾਤਾ ਜੀ ਕਹਿਣ ਵਾਲਾ ਬੱਚਾ ਉਂਝ ਮਾਤਾ ਦੀ ਕੋਈ ਗੱਲ ਨਹੀਂ ਮੰਨਦਾ ਤੇ ਤੁਸੀਂ ਉਸ ਬੱਚੇ ਨੂੰ ਸਿਆਣਾ ਆਖੋਗੇ? ਭੈਣਾਂ ਦੇ ਮੈਨੂੰ ਲੱਗਦਾ ਅੱਧੇ ਸੁੱਤੇ ਹੀ ਪਏ, ਆਪਾਂ ਥੋੜ੍ਹਾ ਜਿਹਾ ਜਾਗੀਏ, ਧਿਆਨ ਦੇਈਏ ਜੀ। ਹੁਣ ਤੁਹਾਡੇ ਤੋਂ ਮੈਂ ਪੁੱਛ ਰਿਹਾ, ਤੁਹਾਡੇ ਬੱਚੇ ਹੋਣ ਤੇ ਤੁਹਾਡੇ ਬੱਚੇ ਤੁਹਾਨੂੰ ਉਂਝ ਮਾਤਾ ਜੀ ਕਹਿੰਦੇ ਪਰ ਤੁਹਾਡੀ ਗੱਲ ਨਹੀਂ ਮੰਨਦੇ, ਤੁਸੀਂ ਕਹਿੰਦੇ ਪੁੱਤ ਪਾਣੀ ਲੈ ਕੇ ਆ, ਕਹਿੰਦੇ ਨਹੀਂ ਲੈ ਕੇ ਆਉਣਾ, ਉਂਝ ਮਾਤਾ ਜੀ ਹੈ, ਤੇ ਉਹਨਾਂ ਬੱਚਿਆਂ ਨੂੰ ਤੁਸੀਂ ਸਿਆਣੇ ਆਖੋਗੇ? ਆਖੋਗੇ ਸਿਆਣੇ ਉਹਨਾਂ ਨੂੰ? ਤੇ ਜੇ ਉਹ ਸਿਆਣੇ ਨਹੀਂ ਤੇ ਅਸੀਂ ਗੁਰੂ ਜੀ ਕਰੀ ਜਾਈਏ ਤੇ ਗੁਰੂ ਦੀ ਮੰਨਣੀ ਨਹੀਂ, ਫਿਰ ਅਸੀਂ ਵੀ ਸਿਆਣੇ ਕਿਵੇਂ ਹੋਏ? ਅਸੀਂ ਵੀ ਫਿਰ ਸਿਆਣੇ ਕਿਵੇਂ ਹੋਏ? ਇਸ ਕਰਕੇ ਜੇ ਅਸੀਂ ਗੁਰੂ ਦੇ ਸਿਆਣੇ ਬੱਚੇ ਅਖਵਾਉਣਾ ਹੈ ਤੇ ਫਿਰ ਗੁਰੂ ਦੀ ਮੰਨਣੀ ਪੈਣੀ ਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਆ ਨਾ, ਤੇ ਸਭ ਤੋਂ ਪਹਿਲਾ ਸਿਧਾਂਤ ਹੀ ਇਹ ਆ, ਮਹਾਰਾਜ ਕਹਿੰਦੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਜਾਓ। ਫਿਰ ਅਗਲੀ ਗੱਲ ਪੜ੍ਹਦੇ ਹਾਂ, ਇੱਥੇ ਜਿੱਥੇ ਜਾਤਾਂ ਪਾਤਾਂ ਦੇ ਵਿਤਕਰੇ ਖਤਮ ਕੀਤੇ ਗਏ, ਉੱਥੇ ਮਜ਼ਹਬ ਦੇ ਨਾਮ ਤੇ ਵੀ ਵਿਤਕਰੇ ਖਤਮ ਕੀਤੇ ਗਏ। ਭਾਵੇਂ ਕੋਈ ਹਿੰਦੂ ਵੀਰ ਹੋਵੇ, ਆਪਾਂ ਐਵੇਂ ਨਹੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਪੂਰੇ ਜਗਤ ਦੇ ਗੁਰੂ ਨੇ। ਜਗਤ ਦੇ ਗੁਰੂ ਇਸ ਕਰਕੇ ਨੇ ਵੀ ਕਿਸੇ ਵੀ ਧਰਮ ਦਾ ਹੋਵੇ ਉਹ ਇੱਥੋਂ ਆ ਕੇ ਉਪਦੇਸ਼ ਲੈ ਸਕਦਾ ਹੈ। ਹਿੰਦੂ ਨੂੰ ਉਪਦੇਸ਼ ਦਿੱਤਾ, ਤੂੰ ਪਾ ਜਨੇਊ ਪਰ ਸਿਧਾਤ ਸਮਝ ਕੇ ਦਇਆ ਕਪਾਹ, ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਤੂੰ ਹਿੰਦੂ ਬਣ ਜਾਏਗਾ ਪਰ ਆ ਜਨੇਊ ਪਾਲਾ ਬਸ। ਦਇਆ ਦੀ ਕਪਾਹ ਹੋਵੇ, ਦਇਆ ਕਪਾਹ, ਸੰਤੋਖ ਸੂਤ, ਸੰਤੋਖ ਦਾ ਸੂਤ ਹੋਵੇ, ਜਤ ਗੰਢੀ ਸੱਤ ਵੱਟ, ਤੇ ਉੱਚਾ ਆਚਰਣ ਉਹਦੇ ਵਿੱਚ ਦਿੱਤੀ ਹੋਈ ਗੰਢ ਹੋਵੇ, ਐਵੇਂ ਦਾ ਜਨੇਊ ਪਾ। ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਤੇ ਮਹਾਰਾਜ ਕਹਿੰਦੇ ਫਿਰ ਇਹ ਜਨੇਊ ਨਾ ਤਾਂ ਟੁੱਟਦਾ ਹੈ, ਨਾ ਸੜਦਾ ਹੈ, ਤੇ ਨਾ ਹੀ ਮੈਲਾ ਹੁੰਦਾ ਹੈ। ਨਾ ਇਹ ਟੁੱਟੈ, ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਨਾ ਇਹ ਸੜਦਾ, ਨਾ ਮੈਲਾ ਹੁੰਦਾ, ਨਾ ਟੁੱਟਦਾ। ਹਿੰਦੂ ਨੂੰ ਵੀ ਉਪਦੇਸ਼ ਹੋ ਗਿਆ। ਮੁਸਲਮਾਨ ਵੀਰ ਆਵੇ ਤੇ ਮੁਸਲਮਾਨ ਕਵੇ ਮੈਂ ਨਮਾਜ਼ ਨਹੀਂ ਪੜ੍ਹਨੀ, ਤੇ ਇਹ ਗੁਰਬਾਣੀ ਪੁਕਾਰ ਕੇ ਕਹਿੰਦੀ ਪਈ ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਬਹੂ ਚੱਲ ਨਾ ਆਇਆ, ਪੰਜੇ ਵਕਤ ਮਸੀਤ, ਤੂੰ 5 ਵਕਤ ਮਸੀਤ ਕਿਉਂ ਨਹੀਂ ਆਉਂਦਾ? ਜੋਗੀ ਨੂੰ ਉਪਦੇਸ਼ ਦਿੱਤਾ ਹੈ ਮੁੰਦਾ ਸੰਤੋਖ ਸਰਮਪਤ ਝੋਲੀ, ਤੂੰ ਮੁੰਦਰਾ ਪਹਿਨ ਪਰ ਆ ਸੰਤੋਖ ਰੂਪੀ ਪਹਿਨ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਤੂੰ ਜੋਗੀ ਬਣ ਜਾਏਗਾ, ਬਣ ਜੋਗੀ। ਮੈਂ ਤਾਂ ਕਹਿਣਾ
ਪਰ ਮਹਾਰਾਜ ਕਹਿੰਦੇ ਆ ਬਾਹਰ ਕੱਚ ਦੀਆਂ ਪਾਈਆਂ ਮੁੰਦਰਾਂ ਤੇ ਪਾਉਣ ਦੇ ਨਾਲ ਤੂੰ ਜੋਗੀ ਨਹੀਂ ਬਣ ਜਾਣਾ। ਸੰਤੋਖ ਰੂਪੀ ਮੁੰਦਰਾ ਬਣਾ। ਤੂੰ ਉਂਝ ਤਾਂ ਮੁੰਦਰਾ ਪਾ ਲੀਆਂ ਕੱਚ ਦੀਆਂ, ਪਰ ਰੱਜਿਆ ਕਿ ਨਹੀਂ ਰੱਜਿਆ? ਭੁੱਖ ਤਾਂ ਤੇਰੀ ਉੱਥੇ ਹੀ ਖੜੀ ਹੈ। ਇਸਤਰੀ ਦੀ ਭੁੱਖ ਤੇਰੇ ਕੋਲ ਹੈ, ਪਦਾਰਥਾਂ ਦੀ ਭੁੱਖ ਤੇਰੇ ਕੋਲ ਹੈ, ਕਿਸੇ ਤੋਂ ਮੰਗਣ ਦੀ ਭੁੱਖ ਤੇਰੇ ਕੋਲੋਂ ਮਿਟੀ ਨਹੀਂ, ਤੇ ਉਂਝ ਤੂੰ ਕਹਿੰਦਾ ਮੈਂ ਜੋਗੀ ਬਣ ਗਿਆ। ਸੰਤੋਖ ਦਾ ਮਤਲਬ ਹੁੰਦਾ ਵੀ ਰੱਜ ਜਾਣਾ। ਆਈ ਐਮ ਸੈਟਿਸਫਾਈਡ ਫਰੋਮ ਮਾਈ ਲਾਈਫ, ਮੈਂ ਸੈਟਿਸਫਾਈਡ ਆ, ਹੁਣ ਮੈਨੂੰ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਹੈਗੀ। ਮੈਨੂੰ ਸਾਨੂੰ ਬੜੇ ਕਿਸਮ ਦੀਆਂ ਭੁੱਖਾਂ, ਕੱਲ੍ਹ ਆਪਾਂ ਜ਼ਿਕਰ ਕੀਤਾ ਸੀ ਨਾ, ਕੋਈ ਗਾਣੇ ਸੁਣਦਾ, ਇਹ ਭੁੱਖ ਹੀ ਹੈ ਨਾ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਕੰਨ ਨਹੀਂ ਸੁਣ ਸੁਣ ਕੇ ਰੱਜਦੇ। ਆਖਣ ਆਖ ਨਾ ਰੱਜਿਆ, ਤੇ ਬੋਲ ਬੋਲ ਕੇ ਜ਼ੁਬਾਨ ਕਦੀ ਰੱਜੀ ਆ ਕਿਸੇ ਦੀ? ਕੋਈ ਕਵੇ ਵੀ ਮੈਂ ਘੰਟਾ ਕੁ ਬੋਲ ਲੈਣਾ ਸਾਰਾ ਦਿਨ, ਅੱਜ ਸਾਰਾ ਦਿਨ ਇਕੱਠੀ ਨਿੰਦਿਆ ਕਰ ਲੈਣਾ, ਤੇ ਫਿਰ 10 ਦਿਨ ਮੈਨੂੰ ਲੋੜ ਨਹੀਂ ਪੈਣੀ, ਇੰਝ ਹੋਇਆ ਕਦੀ? ਮਹਾਰਾਜ ਕਹਿੰਦੇ ਬੋਲ ਬੋਲ ਕੇ ਕੌਣ ਅੱਕਦਾ ਹੈ? ਇਹ ਰੱਜਿਆ ਕਦੀ ਬੰਦਾ ਬੋਲ ਬੋਲ ਕੇ ਵੀ? ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਸੁਣ ਸੁਣ ਕੇ ਕੰਨ ਨਹੀਂ ਕਦੀ ਰੱਜੇ। ਸੁਣੀ ਜਾਓ ਭਾਵੇਂ ਰੋਜ਼ ਨਿੰਦਿਆ ਸੁਣੀ ਜਾਓ, ਗੰਦੇ ਗੀਤ ਸੁਣੀ ਜਾਓ, ਇੰਜ ਬੰਦਾ ਸੈਟਿਸਫਾਈਡ ਨਹੀਂ ਹੋਏਗਾ, ਇੰਜ ਸੰਤੁਸ਼ਟ ਨਹੀਂ ਹੋਏਗਾ ਲਾਈਫ ਤੋਂ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ। ਸਾਰਾ ਦਿਨ ਦੇਖਦੇ ਰਹਿੰਦੇ ਬੱਚੇ ਸਾਡੇ, ਫੇਸਬੁੱਕ ਵੇਖ ਲਿਆ, ਵਟਸਐਪ ਦੇਖ ਲਿਆ, ਕਦੀ ਰੱਜਦੇ ਆ ਇਹ? ਮਹਾਰਾਜ ਕਹਿੰਦੇ ਅੱਖਾਂ ਵੀ ਦੇਖ ਦੇਖ ਕੇ ਕਦੀ ਰੱਜੀਆਂ ਨਹੀਂ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਫਿਰ ਰੱਜੂਗਾ ਕਿਵੇਂ? ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਭੁੱਖਾ ਉਦੋਂ ਰੱਜਦਾ ਹੈ ਜਦੋਂ ਉਹਦੇ ਗੁਣ ਗਾ ਗਾ ਕੇ ਗੁਣੀ 'ਚ ਸਮਾ ਜਾਵੇਗਾ, ਪਰ ਦੇਖ ਦੇਖ ਕੇ ਨਹੀਂ ਰੱਜਣਾ। ਮਹਾਰਾਜ ਕਹਿੰਦੇ ਆਹ ਸੰਤੋਖ ਤੇਰੇ ਕੋਲ ਹੈਗਾ, ਐਵੇਂ ਰੱਜਿਆ ਤੂੰ, ਤੇ ਜੇ ਰੱਜਿਆ ਹੈ ਤੇ ਜੋਗੀ ਬਣ ਗਿਆ ਤੂੰ। ਮੁੰਦਾ ਸੰਤੋਖ ਸਰਮਪਤ ਝੋਲੀ, ਤੂੰ ਉਂਝ ਖੱਪਰ ਪਹਿਨ ਦਾ ਹੱਥ ਵਿੱਚ ਖੱਪਰ ਫੜਿਆ ਤੂੰ। ਜੋਗੀ ਜਿੱਥੇ ਹੱਥ ਵਿੱਚ ਇੱਕ ਬਾਟਾ ਫੜਦੇ ਮੰਗਣ ਜਾਂਦੇ ਆ, ਤੇ ਜਦੋਂ ਕਿਸੇ ਕੋਲ ਮੰਗਣ ਜਾਂਦੇ ਉਹਦੇ ਬਾਟੇ ਵਿੱਚੋਂ ਕੋਈ ਆਟਾ ਜਾਂ ਕੋਈ ਅੰਨ ਪਾਉਂਦੇ ਆ, ਤੇ ਗਲ ਦੇ ਵਿੱਚ ਉਹਨਾਂ ਦੇ ਝੋਲੀ ਪਾਈ ਹੁੰਦੀ ਆ। ਜਦੋਂ ਉਹ ਬਾਟਾ ਭਰ ਜਾਵੇ ਤੇ ਫਿਰ ਝੋਲੀ 'ਚ ਪਾ ਦਿੰਦੇ ਆ। ਮਹਾਰਾਜ ਕਹਿੰਦੇ ਤੂੰ ਆ ਬਾਰ ਰੂਪੀ ਬਾਟਾ ਤਾਂ ਧਾਰਨ ਕਰ ਲਿਆ, ਕਿਤੇ ਸ਼ਰਮ ਰੂਪੀ ਬਾਟਾ ਧਾਰਨ ਕੀਤਾ ਹੀ? ਸ਼ਰਮ ਕਰ ਕੁਝ ਮੰਗਣ ਲੱਗਿਆ। ਤੇ ਇੱਕ ਸ਼ਰਮ ਦਾ ਅਰਥ ਮਿਹਨਤ ਵੀ ਕੀਤਾ ਜਾਂਦਾ ਹੈ। ਤੂੰ ਮਿਹਨਤ ਨੂੰ ਹੀ ਬਾਟਾ ਬਣਾ ਲੈ, ਤੇ ਮਿਹਨਤ ਹੋਵੇਗੀ ਤੈਨੂੰ ਘਰ ਘਰ ਜਾ ਕੇ ਮੰਗਣਾ ਹੀ ਨਹੀਂ ਪੈਣਾ। ਕਿਉਂਕਿ ਇਹ ਯਾਦ ਰੱਖਿਓ, ਗੁਰਬਾਣੀ ਦਾ ਇਹ ਵੀ ਸਿਧਾਂਤ ਹੈ, ਜਦੋਂ ਕੋਈ ਜੁੜ ਜਾਵੇ ਗੁਰੂ ਨਾਲ ਨਾ, ਉਹ ਫਿਰ ਕਿਸੇ ਦੀਆਂ ਮੁਥਾਜੀਆਂ ਨਹੀਂ ਕਰਦਾ। ਉਹ ਤਾਂ ਬੋਲ ਕੇ ਕਹਿੰਦਾ ਫਰੀਦਾ ਬਾਰ ਪਰਾਇਆ ਬੈਸਣਾ। ਆ ਮੈਨੂੰ ਦੱਸਦੇ ਪਏ ਸੀ ਵੀ ਬਾਪੂ ਜੀ ਅੱਜ ਕੱਲ੍ਹ ਥੋੜ੍ਹੇ ਜਿਹੀ ਉਮਰ ਬਜ਼ੁਰਗ ਹੋ ਗਈ ਹੈ, ਉੱਠਿਆ ਮੁਸ਼ਕਿਲ ਨਾਲ ਜਾਂਦਾ ਹੈ, ਪਰ ਫਿਰ ਵੀ ਕਿਸੇ ਦਾ ਸਹਾਰਾ ਨਹੀਂ ਲੈਂਦੇ। ਮੈਨੂੰ ਦਰਵੇਸ਼ੀ ਗਾਖੜੀ ਪੁਸਤਕ ਲਿਖੀ ਹੈ ਪ੍ਰਿੰਸੀਪਲ ਸਤਬੀਰ ਸਿੰਘ ਨੇ, ਤੇ ਉਹਨਾਂ ਨੇ ਬਾਬਾ ਫਰੀਦ ਸਾਹਿਬ ਬਾਰੇ ਨਾ ਇੱਕ ਬੜੀ ਸੋਹਣੀ ਘਟਨਾ ਲਿਖੀ। ਬੜੇ ਬਜ਼ੁਰਗ ਹੋ ਚੁੱਕੇ ਬਾਬਾ ਫਰੀਦ ਸਾਹਿਬ, ਬੜਾ ਸਰੀਰ ਬਹੁਤ ਬਜ਼ੁਰਗ ਹੋ ਚੁੱਕਾ। ਬੱਚੇ ਅੱਛਾ ਇੱਥੇ ਆ ਕੇ ਦੱਸ ਕੀ ਬੋਲਣਾ? ਹਾਂ ਕੀ ਬੋਲਣਾ? ਆ ਜਾ, ਚੁੱਪ ਕਰਕੇ ਬਹਿ, ਨਹੀਂ ਤੇ ਇੱਥੇ ਤੂੰ ਕਥਾ ਕਰ ਫਿਰ। ਬਾਬਾ ਫਰੀਦ ਸਾਹਿਬ ਬੜੇ ਬਜ਼ੁਰਗ ਹੋ ਚੁੱਕੇ ਆ, ਤੇ ਕਹਿੰਦੇ ਵੀ ਉਹ ਅੱਜ ਕੀ ਹੋਇਆ, ਉੱਠਣ ਲੱਗੇ, ਉੱਠਿਆ ਨਹੀਂ ਜਾ ਰਿਹਾ, ਤੇ ਪਹਿਲਾਂ ਸੋਟੀ ਲੈ ਕੇ ਉੱਠੇ। ਥੋੜ੍ਹਾ ਜਿਹਾ ਜਦੋਂ ਤੁਰੇ ਨਾ, ਤੇ ਉਹਨਾਂ ਨੇ ਸੋਟੀ ਐ ਵਗਾ ਕੇ ਮਾਰੀ। ਸਿਮਰਨ ਬਾਕੀ ਬਾਅਦ 'ਚ ਬੱਚੇ ਬਾਹਰ ਸਾਰੇ ਇਕੱਠ ਕੇ ਰਿਹਾ, ਜਿਹੜੇ ਸਕੂਲ ਦੇ ਬੱਚੇ ਸਾਰੇ ਖੋਰੂ ਪਾਉਂਦੇ, ਬਾਅਦ 'ਚ ਆਪਣੇ ਬੱਚਿਆਂ ਨੂੰ ਅੰਦਰ ਲੈ ਕੇ ਆਓ, ਆਪਣੇ ਕੋਲ ਬਿਠਾ ਲਓ ਜਿਹੜੇ ਟੀਚਰ ਬੈਠੇ ਆ। ਬੱਚੇ ਬਾਹਰ ਇੱਥੇ ਸਾਰੇ ਇਕੱਠੇ ਹੋਏ, ਸਾਡੇ ਸਕੂਲ ਦੇ ਬੱਚੇ ਆ। ਤੋ ਆਪਾਂ ਵਿਚਾਰ ਰਹੇ ਸੀ ਵੀ ਬਾਬਾ ਫਰੀਦ ਸਾਹਿਬ ਸਰੀਰ ਬੜਾ ਬਜ਼ੁਰਗ ਹੋ ਗਿਆ, ਕੋਈ ਨਹੀਂ ਹੁਣ ਇੱਧਰ ਇਕਾਗਰਤਾ ਬਖਸ਼ੋ ਸਾਰੇ। ਤੇ ਕਹਿੰਦੇ ਸੋਟੀ ਲੈ ਕੇ ਤੁਰਨ ਲੱਗੇ ਨਾ, ਇੱਕੋ ਦਮ ਮਨ ਦੇ ਵਿੱਚ ਭਾਵਨਾ ਆਈ, ਸੋਟੀ ਚਲਾ ਕੇ ਮਾਰੀ। ਤੇ ਕੋਲ ਉਹਨਾਂ ਦੇ ਇੱਕ ਚੇਲੇ ਨੇ ਪੁੱਛ ਲਿਆ ਵੀ ਬਾਬਾ ਜੀ ਕੀ ਗੱਲ ਹੋ ਗਈ, ਸੋਟੀ ਚਲਾ ਕੇ ਮਾਰੀ? ਤੇ ਉਹ ਕਹਿੰਦੇ ਵੀ ਮੈਂ ਸਾਰੀ ਉਮਰ ਕੱਢ ਲਈ ਆ, ਕਿਸੇ ਦੀ ਮੁਥਾਜੀ ਨਹੀਂ ਕਰਨੀ, ਆਖਰੀ ਉਮਰ 'ਚ ਵੀ ਆ ਸੋਟੀ ਦੀ ਵੀ ਮੁਥਾਜੀ ਕਿਉਂ ਕਰਨੀ? ਫਿਰ ਉਹਨਾਂ ਦਾ ਬਚਨ ਆਉਂਦਾ, ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜੀਓ ਸਰੀਰੋ ਲੈ। ਕਹਿੰਦੇ ਹੇ ਰੱਬਾ ਮੇਰੇ ਤੇ ਮਿਹਰ ਕਰੀ, ਮੈਂ ਕਿਸੇ ਦੀ ਮੁਥਾਜੀ ਨਾ ਕਰਾਂ, ਤੇ ਜੇ ਮੁਥਾਜੀ ਕਰਾਉਣੀ ਆ ਮੇਰੇ ਸਰੀਰ ਨੂੰ ਖਤਮ ਕਰ ਦੀ, ਮੈਨੂੰ ਮਰਨਾ ਕਬੂਲ ਹੈ, ਪਰ ਮੈਂ ਕਿਸੇ ਦੀ ਮੁਥਾਜੀ ਨਹੀਂ ਕਰ ਸਕਦਾ। ਤੋ ਦੇਖੋ ਇੱਕ ਜੋਗੀ ਨੂੰ ਉਪਦੇਸ਼ ਦਿੰਦੇ ਪਏ, ਮੁੰਦਾ ਸੰਤੋਖ ਸਰਮਪਤ ਝੋਲੀ, ਤੇਰੇ ਕੋਲ ਉਦਮ ਰੂਪੀ ਮਿਹਨਤ ਰੂਪੀ ਤੇਰੇ ਕੋਲ ਖੱਪਰ ਹੋਵੇ, ਤੈਨੂੰ ਮੰਗਣ ਦੀ ਲੋੜ ਨਾ ਪਵੇ। ਤੇ ਧਿਆਨ ਕੀ ਕਰੇ ਬਪੂਤ, ਤੂੰ ਉਂਝ ਸਵਾਹ ਮਲਦਾ ਹੈ। ਤੇ ਜੋਗੀ ਸਵਾਹ ਮਲਦੇ ਨੇ ਇਸ ਕਰਕੇ ਵੀ ਕਿਉਂਕਿ ਕਦੀ ਸਮੇਰ ਪਰਬਤ 'ਤੇ ਜਾ ਕੇ ਬਹਿ ਜਾਂਦੇ, ਕਦੀ ਕਿੱਥੇ ਬਹਿ ਜਾਂਦੇ ਆ।
ਉਹ ਇਸ ਕਰਕੇ ਸਵਾਹ ਮਲਦੇ ਆ ਵੀ ਸਰਦੀ ਤੇ ਗਰਮੀ ਚੋਂ ਬਚ ਸਕਣ। ਪਰ ਮਹਾਰਾਜ ਕਹਿੰਦੇ ਜੇ ਸਵਾਹ ਮਲਣੀ ਆ ਨਾ ਧਿਆਨ ਰੂਪੀ ਮਲ, ਧਿਆਨ ਉੱਚਾ ਚੁੱਕ ਸਰੀਰ ਤੋਂ। ਜੇ ਤੇਰਾ ਧਿਆਨ ਸਰੀਰ ਤੋਂ ਉੱਪਰ ਉੱਠ ਗਿਆ ਫਿਰ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਗਰਮੀ ਨਹੀਂ ਲੱਗਣੀ, ਫਿਰ ਠੰਡੇ ਬੁਰਜ ਵਿੱਚ ਬੈਠ ਕੇ ਵੀ ਠੰਡ ਮਹਿਸੂਸ ਨਹੀਂ ਹੋਣੀ। ਤੇ ਜੇ ਧਿਆਨ ਹੀ ਸਰੀਰ ਤੇ ਰਹਿ ਗਿਆ, ਭਾਵੇਂ ਸਵਾਹ ਛੱਡ ਤੂੰ ਵੱਡੇ ਵੱਡੇ ਕੋਟ ਪਾ ਲਾ ਤਾਂ ਵੀ ਤੂੰ ਠਰੂ ਠਰੂ ਕਰੀ ਜਾਏਗਾ। ਧਿਆਨ ਕੀ ਕਰੇ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਹਿੰਦੂ ਨੂੰ ਉਪਦੇਸ਼ ਦਿੱਤਾ ਗਿਆ, ਮੁਸਲਮਾਨ ਨੂੰ ਉਪਦੇਸ਼ ਦਿੱਤਾ ਹੈ, ਜੋਗੀ ਨੂੰ ਉਪਦੇਸ਼ ਦਿੱਤਾ ਹੈ। ਤੇ ਸਤਿਗੁਰਾਂ ਨੇ ਫਿਰ ਸਪਸ਼ਟ ਹੀ ਕਹਿ ਦਿੱਤਾ ਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਠੀਕ ਹੈ, ਮਹਾਂਪੁਰਖ ਕਿਸੇ ਨੂੰ ਉਪਦੇਸ਼ ਦੇ ਰਹੇ ਨੇ, ਕਦੀ ਗੁਰੂ ਨਾਨਕ ਸਾਹਿਬ ਲਾਲੋ ਨੂੰ ਉਪਦੇਸ਼ ਕਰ ਰਹੇ ਆ, ਕਦੀ ਸੱਜਣ ਠੱਗ ਨੂੰ ਕਰਦੇ ਪਏ ਆ, ਕਦੀ ਕੌਡੇ ਰਾਖਸ਼ ਨੂੰ ਕਰਦੇ ਪਏ ਆ। ਪਰ ਮਹਾਰਾਜ ਕਹਿੰਦੇ ਠੀਕ ਹੈ, ਮਹਾਂਪੁਰਖ ਕਿਸੇ ਇੱਕ ਨੂੰ ਸਮਝਾ ਰਹੇ ਹੋਣਗੇ ਉਸ ਵਕਤ, ਪਰ ਮਹਾਂਪੁਰਖਾਂ ਦੇ ਬੋਲ ਕਿਸੇ ਇੱਕ ਵਾਸਤੇ ਨਹੀਂ ਹੁੰਦੇ, ਉਹਨਾਂ ਦੇ ਬੋਲ ਤਾਂ ਸਾਰੀ ਮਨੁੱਖਤਾ ਵਾਸਤੇ ਸਾਂਝੇ ਹੁੰਦੇ ਆ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਉਹਨਾਂ ਦੇ ਬੋਲ ਤਾਂ ਸਾਰਿਆਂ ਵਾਸਤੇ ਸਾਂਝੇ ਹੁੰਦੇ ਆ। ਤੋ ਜਿੱਥੇ ਜਾਤਾਂ ਪਾਤਾਂ ਦੇ ਵਿਤਕਰੇ ਮਿਟਾਏ ਇਸ ਗੁਰਬਾਣੀ ਨੇ, ਉੱਥੇ ਮਹਾਰਾਜ ਨੇ ਧਰਮ ਦੇ ਨਾਮ ਤੇ ਵਿਤਕਰੇ ਮਿਟਾਏ ਆ। ਤੇ ਇੱਥੋਂ ਤੱਕ ਵਾਹਿਗੁਰੂ ਦੇ ਨਾਮ ਤੇ ਵੀ ਵਿਤਕਰੇ ਮਿਟਾ ਦਿੱਤੇ ਗਏ। ਰਾਮ ਕਹਿਣ ਵਾਲੇ ਰਹੀਮ ਕਹਿਣ ਵਾਲਿਆਂ ਨਾਲ ਨਫ਼ਰਤ ਕਰਦੇ ਸੀ, ਰਹੀਮ ਕਹਿਣ ਵਾਲੇ ਰਾਮ ਕਹਿਣ ਵਾਲਿਆਂ ਨੂੰ ਪਸੰਦ ਨਹੀਂ ਸੀ ਕਰਦੇ। ਕਮਾਲ ਦੀ ਗੱਲ, ਜਿੱਥੇ ਰਾਮ ਰਾਮ ਪੁਕਾਰਿਆ ਜਾ ਰਿਹਾ ਉੱਥੇ ਕੋਈ ਅੱਲਾ ਅੱਲਾ ਨਹੀਂ ਸੀ ਕਹਿ ਸਕਦਾ, ਤੇ ਜਿੱਥੇ ਅੱਲਾ ਦੀ ਬਾਂਗ ਦਿੱਤੀ ਜਾਂਦੀ ਉੱਥੇ ਕੋਈ ਰਾਮ ਕਹਿ ਕੇ ਵਿਖਾਵੇ। ਪਰ ਇੱਕੋ ਧੰਨ ਗੁਰੂ ਗ੍ਰੰਥ ਸਾਹਿਬ, ਜਿੱਥੇ ਰਾਮ ਵੀ ਪੁਕਾਰਿਆ ਜਾ ਰਿਹਾ ਹੈ, ਰਹੀਮ ਵੀ ਪੁਕਾਰਿਆ ਜਾ ਰਿਹਾ ਹੈ, ਅੱਲਾ ਵੀ ਪੁਕਾਰਿਆ ਜਾ ਰਿਹਾ ਹੈ, ਇੱਥੇ ਮਾਧਵੋ ਦੀ ਪੁਕਾਰ ਉੱਠਦੀ ਹੈ, ਇੱਥੇ ਕਵਲਨੈਨ ਬੋਲਿਆ ਜਾ ਰਿਹਾ ਹੈ, ਮਧੁਰ ਬੈਣ ਬੋਲਿਆ ਜਾ ਰਿਹਾ ਹੈ। ਤੇ ਇੱਥੋਂ ਤੱਕ ਕਹਿ ਦਿੱਤਾ, ਕੋਈ ਮਹਾਰਾਜ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾ ਏ। ਇੱਥੇ ਹਰ ਪ੍ਰਕਾਰ ਦੇ ਨਾਵਾਂ ਦੇ ਵੀ ਵਿਤਕਰੇ ਮਿਟਾ ਦਿੱਤੇ। ਤੂੰ ਅੱਲਾ ਹੀ ਕਹਿ ਲੈ, ਜਪ ਗੁਰਬਾਣੀ ਨੂੰ, ਤੂੰ ਰਾਮ ਹੀ ਕਹਿ ਲੈ, ਤੂੰ ਵਾਹਿਗੁਰੂ ਹੀ ਕਹਿ ਲੈ, ਤੂੰ ਬੀਠੁਲ ਕਹਿਣਾ ਬੀਠੁਲ ਕਹਿ ਲੈ, ਨਾਵਾਂ ਦੇ ਨਾਮ ਤੇ ਵਿਤਕਰੇ ਮਿਟਾ ਦਿੱਤੇ ਗਏ। ਤੇ ਫਿਰ ਜਦੋਂ ਅਸੀਂ ਵੇਖਦੇ ਹਾਂ ਧਾਰਮਿਕ ਸਥਾਨਾਂ ਦੇ ਨਾਮ ਤੇ ਵਿਤਕਰੇ ਹੁੰਦੇ ਆ। ਔਰ ਅੱਜ ਵੀ ਤੁਸੀਂ ਵੇਖੋ, ਅੱਜ ਇਹ ਪਿਛਲੇ ਕੁਝ ਅਰਸਿਆਂ ਤੋਂ ਮੱਕੇ ਦੇ ਵਿੱਚ ਇੱਕ ਕਾਨੂੰਨ ਬਣਿਆ ਵੀ ਗੈਰ ਇਸਲਾਮਿਕ ਮਨੁੱਖ ਉੱਥੇ ਨਹੀਂ ਜਾ ਸਕਦਾ। ਤੇ ਭਗਤ ਕਬੀਰ ਨੇ ਫਿਰ ਉੱਥੇ ਵੀ ਬੋਲ ਕੇ ਕਿਹਾ ਸੀ, ਅੱਲੋਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਕਹਿੰਦੇ ਜੇ ਤੁਸੀਂ ਕਹਿੰਦੇ ਹੋ ਵੀ ਅੱਲਾ ਕੇਵਲ ਮਸੀਤ 'ਚ ਹੀ ਵੱਸਦਾ ਹੈ, ਫਿਰ ਬਾਕੀ ਦੀ ਦੁਨੀਆ ਕੌਣ ਸਾਂਭਦਾ ਪਿਆ ਹੈ। ਅੱਲੋਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਏ ਮੈਂ ਤਤ ਨਾ ਹੇਰਾ। ਜਿਹੜੇ ਇਹ ਕਹਿੰਦੇ ਆ ਨਾ ਵੀ ਰਾਮ ਸਾਡੇ ਪੱਥਰ 'ਚ ਹੀ ਹੈ, ਬਾਹਰ ਨਹੀਂ ਹੈਗਾ, ਤੇ ਜਿਹੜੇ ਇਹ ਕਹਿੰਦੇ ਆ ਵੀ ਅੱਲਾ ਸਾਡੀ ਮਸੀਤ 'ਚ ਹੀ ਹੈ, ਬਾਹਰ ਨਹੀਂ ਹੈਗਾ, ਮਹਾਰਾਜ ਕਹਿੰਦੇ ਦੋਨਾਂ ਦੀਆਂ ਗੱਲਾਂ 'ਚ ਤੱਤ ਨਹੀਂ ਹੈਗਾ। ਤੇ ਇੱਕ ਬਚਨ ਮੈਂ ਹੋਰ ਤੁਹਾਡੇ ਸਾਹਮਣੇ ਸਾਂਝਾ ਕਰਨਾ ਚਾਹੁੰਦਾ। ਵੈਸੇ ਬੜੇ ਟਾਈਮ ਦਾ ਮੈਂ ਕੰਠ ਕੀਤਾ ਸੀ ਉਹ ਬਚਨ, ਕੱਲ੍ਹ ਹੀ ਮੈਨੂੰ ਗੁਰੂ ਕਮਲਪ੍ਰੀਤ ਸਿੰਘ ਨੇ ਉਹਦਾ ਭਾਵ ਅਰਥ ਮੈਨੂੰ ਯਾਦ ਕਰਾਇਆ। ਮੈਂ ਸੋਚਿਆ ਉਹ ਵੀ ਬਚਨ ਮੈਂ ਤੁਹਾਡੇ ਸਾਹਮਣੇ ਰੱਖਾਂ। ਆਮ ਤੌਰ 'ਤੇ ਤੁਸੀਂ ਦੇਖੋ ਅਪਣਾ ਲਈਆਂ, ਪਰ ਸਾਨੂੰ ਸਿੱਖਣ ਦੀ ਬੜੀ ਲੋੜ ਹੈ। ਠੀਕ ਹੈ, ਕਈ ਵੀਰ ਭਾਵਨਾ ਦੇ ਨਾਲ ਫੁੱਲ ਭੇਟਾ ਕਰਦੇ ਆ, ਪਰ ਕਈ ਵਾਰੀ ਸਾਡੇ ਹਾਲਾਤ ਇਹ ਬਣੇ ਨੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਕਈ ਤਾਂ ਇੱਥੋਂ ਤੱਕ ਗਿਰ ਗਏ ਵੀ ਗੁਰਦੁਆਰੇ ਦੇ ਵਿੱਚ ਵੀ ਗੁਰੂ ਦਾ ਡਰ ਨਹੀਂ ਹੈਗਾ, ਗੁਰਦੁਆਰੇ 'ਚ ਬੈਠ ਕੇ ਵੀ ਕਲੇਸ਼ ਹੀ ਪਾਈ ਜਾਣਗੇ। ਪਰ ਕਈ ਘੱਟੋ ਘੱਟ ਐਵੇਂ ਦੇ ਤਾਂ ਹੈਗੇ ਆ ਵੀ ਗੁਰਦੁਆਰੇ 'ਚ ਤਾਂ ਡਰ ਮੰਨਦੇ। ਮੈਨੂੰ ਯਾਦ ਆ ਵੀ ਮੈਂ ਜਲੰਧਰ ਰਹਿੰਦਾ ਸੀ, ਇੱਥੇ ਮੈਂ 4 ਸਾਲ ਲਾ ਕੇ ਗਿਆ। ਉੱਥੇ ਇੱਕ ਮੈਂ ਡੇਰੇ ਵਿੱਚ 4 ਸਾਲ ਕੱਟੇ। ਉੱਥੋਂ ਦਾ ਜਥੇਦਾਰ ਸੀ, ਕਿਸੇ ਸੰਪਰਦਾ ਦੀ ਉਹ ਬ੍ਰਾਂਚ ਸੀ ਤੇ ਜਥੇਦਾਰ ਸੀ। ਤੇ ਗੁਰਦੁਆਰੇ ਦੇ ਵਿੱਚ ਬੈਠੇ ਆ, ਨਾਲ ਦੇ ਸਿੰਘ ਆ, ਤੇ ਕਿਤੇ ਸਿੰਘਾ ਇੱਕ ਮਤਲਬ ਮਨੁੱਖ ਸੀ, ਉਹਦੇ ਮੂੰਹ ਤੋਂ ਗਾਲ ਨਿਕਲ ਗਈ। ਤੇ ਉਹ ਜਿਹੜਾ ਜਥੇਦਾਰ ਸੀ ਕਹਿੰਦਾ ਵੀ ਨਹੀਂ ਨਹੀਂ, ਗੁਰੂ ਸਾਹਿਬ ਦਾ ਪ੍ਰਕਾਸ਼, ਇੱਥੇ ਗਾਲ ਨਹੀਂ ਕੱਢਣੀ, ਗੁਰਦੁਆਰੇ 'ਚ ਨਹੀਂ ਗਾਲ ਕੱਢੀ ਦੀ। ਤੇ ਮੈਂ ਹੈਰਾਨ ਹੋਇਆ ਵੀ ਜਿਹੜਾ ਇਹ ਉਪਦੇਸ਼ ਦਿੰਦਾ ਪਿਆ ਵੀ ਗੁਰਦੁਆਰੇ 'ਚ ਨਹੀਂ ਗਾਲ ਕੱਢਣੀ, ਉਹੀ ਮਨੁੱਖ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਆਪ ਗਾਲਾਂ ਕੱਢਣ ਦਿਆ। ਗੁਰੂ ਦਾ ਪ੍ਰਕਾਸ਼ ਇੱਥੇ ਹੀ ਹੈ ਬਸ। ਉਂਝ ਕਹਿੰਦੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਫਿਰ ਕਿਵੇਂ ਆ ਤੇਰੇ ਨਾਲ ਸਦਾ? ਅਸੀਂ ਤਾਂ ਗੁਰਦੁਆਰੇ 'ਚ ਹੀ ਸਮਝਿਆ। ਭਗਤ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਆਇਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ। ਰਵਾਇਤ ਸੀ ਵੀ ਪਾਣੀ, ਇੱਕ ਘੜਾ ਪਾਣੀ ਦਾ ਭਰਿਆ, ਤੇ ਜਾ ਕੇ ਮੈਂ ਪੱਥਰ ਦਾ ਇਸ਼ਨਾਨ ਕਰਾਉਣਾ ਹੈ।
ਤੇ ਭਗਤ ਜੀ ਕਹਿੰਦੇ ਤੂੰ ਉਸ ਪਾਣੀ ਦੇ ਨਾਲ ਠਾਕਰ ਦਾ ਇਸ਼ਨਾਨ ਕਰਾਉਣਾ ਪਿਆ ਤੇ ਬਾਹਰ ਦੇ ਲੋਕਾਂ ਨਾਲ ਨਫ਼ਰਤ ਕਰਦਾ ਪਿਆ ਹੈ, ਪਰ ਕਿਤੇ ਤੈਨੂੰ ਅਹਿਸਾਸ ਹੋਵੇ ਵੀ ਜਿਸ ਠਾਕੁਰ ਦਾ ਤੂੰ ਇਸ਼ਨਾਨ ਕਰਾਉਣਾ ਪਿਆ ਹੈ ਉਸ ਪਾਣੀ ਨਾਲ ਕਰਾਉਣਾ ਪਿਆ ਹੈ, ਜਿਸ ਪਾਣੀ ਵਿੱਚ 42 ਲੱਖ ਜੀਵ ਰਹਿੰਦੇ ਹੈ ਤੇ ਉਹਨਾਂ ਜੀਵਾਂ ਦੇ ਰੂਪ ਵਿੱਚ ਠਾਕੁਰ ਨੇ ਤਾਂ ਪਹਿਲਾਂ ਹੀ ਇਸ਼ਨਾਨ ਕਰ ਲਿਆ, ਤੂੰ ਕਿਹਨੂੰ ਕਰਾਉਂਦਾ ਪਿਆ ਹੈ। ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੋ। ਤੇ ਮਹਾਰਾਜ ਕਹਿੰਦੇ 42 ਲੱਖ ਜੀ ਜਲ ਮੈਂ ਹੋਤੇ ਬੀਠੁਲ ਪਹਿਲਾ ਕਾਏ ਕਰੋ। 42 ਲੱਖ ਜੀਵ ਪਾਣੀ 'ਚ ਵਸਦੇ ਨੇ ਉਹਨਾਂ, ਕਿਉਂਕਿ ਆਪਾਂ ਕੱਲ ਪੜ੍ਹਿਆ ਸੀ ਨਾ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ। ਜੇ ਨਿਰਗੁਣ ਸਰੂਪ ਦੀ ਗੱਲ ਕਰੀਏ ਤੇਰੀਆਂ ਕੋਈ ਅੱਖਾਂ ਨਹੀਂ, ਤੇ ਸਰਗੁਣ ਸਰੂਪ ਦੀ ਗੱਲ ਕਰੀਏ ਤੇਰੇ ਹੀ ਤਾਂ ਰੂਪ ਨੇ ਸਾਰੇ, ਆ ਸਾਰੇ ਰੱਬ ਦੇ ਹੀ ਰੂਪ ਨੇ, ਜਿੰਨੇ ਜੀਵ ਨੇ ਉਹ ਰੱਬ ਦਾ ਸਰਗੁਣ ਸਰੂਪ ਹੀ ਹੈ। ਤੂੰ ਮਹਾਰਾਜ ਕਹਿੰਦੇ ਠਾਕੁਰ ਨੇ ਤਾਂ ਪਹਿਲਾਂ ਹੀ ਇਸ਼ਨਾਨ ਕਰ ਲਿਆ ਉਹਨਾਂ ਜੀਵਾਂ ਦੇ ਵਿੱਚ ਵਰਤ ਕੇ। ਫਿਰ ਤੂੰ ਫੁੱਲ ਲੈ ਕੇ ਆਇਆ, ਫੁੱਲ ਦੀ ਮਾਲਾ ਬਣਾ ਕੇ ਲਿਆਇਆ ਹੈ। ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹੋ ਪੂਜ ਕਰੋ। ਤੂੰ ਮਾਲਾ ਬਣਾ ਕੇ ਲਿਆਇਆ ਵੀ ਠਾਕੁਰ ਦੀ ਮੈਂ ਪੂਜਾ ਕਰਾਂ, ਪਰ ਮਹਾਰਾਜ ਕਹਿੰਦੇ ਨੇ ਤੂੰ ਹੁਣ ਠਾਕੁਰ ਦੀ ਪੂਜਾ ਕਰ ਰਿਹਾ ਹੈ, ਇਹ ਸੁਗੰਧੀ ਦੇਣਾ ਚਾਹੁੰਦਾ ਹੈ ਨਾ ਠਾਕੁਰ ਨੂੰ। ਪਰ ਕਮਾਲ ਦੀ ਗੱਲ, ਜਿਸ ਠਾਕੁਰ ਦੀ ਤੂੰ ਪੂਜਾ ਕਰਦਾ ਪਿਆ ਹੈ ਭਵਰੇ ਰੂਪ ਦੇ ਵਿੱਚ ਤਾਂ ਉਹਨੇ ਪਹਿਲਾਂ ਹੀ ਉਸ ਫੁੱਲ ਦੀ ਸੁਗੰਧੀ ਲੈ ਲਈ ਹੈ। ਹੁਣ ਕਿਹਨੂੰ ਸੁਗੰਧੀ ਦਿੰਨਾ ਪਿਆ? ਭਵਰਾ ਲੈਂਦਾ ਨਾ ਫੁੱਲ ਦੀ ਸੁਗੰਧੀ, ਤੇ ਭਵਰਾ ਉਸ ਰੱਬ 'ਚ ਨਹੀਂ ਹੈਗਾ, ਭਵਰਾ ਇਹਦੇ ਵਿੱਚ ਰੱਬ ਨਹੀਂ ਹੈਗਾ। ਭਵਰਾ ਰੱਬ 'ਚ ਹੈ, ਰੱਬ ਭਵਰੇ 'ਚ ਹੈ, ਤੇ ਉਹ ਭਵਰੇ ਦੇ ਵਿੱਚ ਰੱਬ ਵੱਸਦਾ ਹੈ, ਤੇ ਉਹ ਭਵਰੇ ਨੇ ਤਾਂ ਪਹਿਲਾਂ ਹੀ ਉਹ ਸੁਗੰਧੀ ਲੈ ਲਈ ਹੈ। ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹੋ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰੇ ਬੀਠੁਲ ਪਹਿਲਾ ਕਾਏ ਕਰੋ। ਤੇ ਮਹਾਰਾਜ ਕਹਿੰਦੇ ਆਨੀ ਲੈ ਦੂਧ ਰਿਧਾਈ ਲੈ ਖੀਰੰਗ ਠਾਕੁਰ ਕੋ ਨੈਵੇਦ ਕਰੋ। ਤੂੰ ਹੁਣ ਦੁੱਧ ਦੀ ਖੀਰ ਬਣਾ ਕੇ ਲਿਆਇਆ ਵੀ ਮੈਂ ਠਾਕੁਰ ਨੂੰ ਸਮਰਪਿਤ ਕਰਦਾ, ਪਰ ਮਹਾਰਾਜ ਕਹਿੰਦੇ ਜਿਹੜਾ ਦੁੱਧ ਲੈ ਕੇ ਆਇਆ ਤੂੰ ਠਾਕੁਰ ਨੂੰ ਦੇਣ ਵਾਸਤੇ ਬੱਚੇ ਵਿੱਚ ਵਰਤ ਕੇ ਉਹਨਾਂ ਤੇ ਪਹਿਲਾਂ ਹੀ ਦੁੱਧ ਨੂੰ ਚੱਖ ਲਿਆ। ਹੁਣ ਕਿਹਦੀ ਪੂਜਾ ਕਰਦਾ ਪਿਆ? ਤੂੰ ਸਿਧਾਂਤ ਕੀ ਦੇਣਾ ਸੀ ਮਹਾਰਾਜ ਨੇ? ਮਹਾਰਾਜ ਕਹਿੰਦੇ ਤੁਸੀਂ ਰੱਬ ਨੂੰ ਇੱਕ ਜਗ੍ਹਾ ਤੱਕ ਸੀਮਤ ਰੱਖ ਲਿਆ, ਪਰ ਕਿਤੇ ਸਮਝ ਜਾਵੋ ਕਿ ਈਬੈ ਬੀਠੁਲ ਉਬੈ ਬੀਠਲ ਬੀਠੁਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬਮਈ। ਉਹ ਮੇਰਾ ਰੱਬ ਤਾਂ ਹਰ ਥਾਂ ਤੇ ਵਸਦਾ। ਧਾਰਮਿਕ ਸਥਾਨਾਂ ਦੇ ਵਿਤਕਰੇ ਖਤਮ ਕਰਤੇ ਨਾ, ਰੱਬ ਇੱਥੇ ਵੀ ਹੈ, ਬਾਹਰ ਵੀ ਹੈ, ਮੰਦਿਰ 'ਚ ਵੀ ਹੈ, ਮਸੀਤ 'ਚ ਵੀ ਹੈ, ਗੁਰਦੁਆਰੇ 'ਚ ਵੀ ਹੈ, ਧਾਰਮਿਕ ਸਥਾਨ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਤੇ ਜੇ ਅਸੀਂ ਸੱਚੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਫਿਰ ਜੇ ਇੱਥੇ ਅਸੀਂ ਜਿੰਨੀ ਸਾਵਧਾਨੀ ਦੇ ਨਾਲ ਵਿਚਰਦੇ ਹਾਂ ਨਾ, ਓਨਾ ਹੀ ਸਾਨੂੰ ਬਾਹਰ ਸਾਵਧਾਨੀ ਨਾਲ ਵਿਚਰਨਾ ਚਾਹੀਦਾ। ਹੁਣ ਤੁਸੀਂ ਆਪ ਅਹਿਸਾਸ ਕਰ ਲਿਓ ਕਿ ਗੁਰਦੁਆਰੇ 'ਚ ਅਸੀਂ ਕਿੰਨੀ ਕੁ ਸਾਵਧਾਨੀ ਨਾਲ ਰਹਿੰਦੇ ਹਾਂ। ਗੁਰਦੁਆਰੇ ਆ ਕੇ ਸਿਰ ਢੱਕ ਲਿਆ ਤੇ ਬਾਹਰ ਜਾ ਕੇ ਸਾਡੇ ਸਿਰ ਤੋਂ ਚੁੰਨੀਆਂ ਲੈ ਜਾਂਦੀਆਂ। ਤੋ ਕੀ ਉਹ ਡਿਸਪਲਿਨ ਸਾਡਾ ਬਾਹਰ ਵੀ ਰਹਿੰਦਾ ਹੈ ਕਿ ਨਹੀਂ ਰਹਿੰਦਾ? ਤੋ ਮਹਾਰਾਜ ਨੇ ਜਿੱਥੇ ਜਾਤਾਂ ਦੇ ਵਿਤਕਰੇ ਖਤਮ ਕੀਤੇ ਹੈ, ਜਿੱਥੇ ਰੱਬ ਦੇ ਨਾਵਾਂ ਦੇ ਨਾਮ ਤੇ ਵਿਤਕਰੇ ਖਤਮ ਕੀਤੇ ਹੈ, ਜਿੱਥੇ ਸਤਿਗੁਰਾਂ ਦੀ ਬਾਣੀ ਨੇ ਧਰਮ ਦੇ ਨਾਮ ਤੇ ਵਿਤਕਰੇ ਖਤਮ ਕੀਤੇ ਹੈ, ਉੱਥੇ ਧਾਰਮਿਕ ਸਥਾਨਾਂ ਦੇ ਨਾਮ ਤੇ ਵੀ ਵਿਤਕਰੇ ਖਤਮ ਕੀਤੇ ਹੈ। ਤੇ ਫਿਰ ਇੱਕ ਹੋਰ ਪੱਖ ਕਹਿਣਾ ਚਾਹੁੰਦਾ ਹੈ, ਗੁਰਬਾਣੀ ਨੇ ਤਾਂ ਭਾਸ਼ਾਵਾਂ ਦੇ ਨਾਮ ਤੇ ਵੀ ਵਿਤਕਰੇ ਕੀਤੇ ਆ। ਕਿਹੜੀ ਭਾਸ਼ਾ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲਦੀ? ਕਿੰਨੀਆਂ ਭਾਸ਼ਾਵਾਂ ਮਿਲਦੀਆਂ। ਅਸੀਂ ਪੰਜਾਬੀ ਤਾਂ ਪੜ੍ਹਦੇ ਹੀ ਹਾਂ ਨਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਏਵੈ ਰਖਸੀ ਜੀਓ ਸਰੀਰੋਂ ਲੈ। ਇਹ ਲਹਿੰਦੀ ਪੰਜਾਬੀ ਹੈ, ਪੰਜਾਬੀ ਵੀ ਹੈ। ਹਿੰਦੀ ਦੀ ਗੱਲ ਆਉਂਦੀ ਹੈ ਤੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਹਿੰਦੀ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਬਾਣੀ ਹਿੰਦੀ 'ਚ ਉਚਾਰਨ ਕੀਤੀ ਹੈ। ਅਰਬੀ ਫਾਰਸੀ ਦੀ ਗੱਲ ਕਰੀਏ ਤੇ ਮਹਾਰਾਜ ਕਹਿੰਦੇ ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਫਾਰਸੀ ਦਾ ਜ਼ਿਕਰ ਮਹਾਰਾਜ ਨੇ ਕੀਤਾ। ਸੰਸਕ੍ਰਿਤ ਦੀ ਗੱਲ ਆਈ ਤੇ ਮਹਾਰਾਜ ਨੇ ਪੂਰੀ ਬਾਣੀ ਉਹਦੇ ਤੇ ਉਚਾਰਨ ਕਰ ਦਿੱਤੀ। ਸ਼ਲੋਕ ਸਹਿਸਕ੍ਰਿਤੀ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਆ ਤੇ ਕਤੰਚ ਚਪਲ ਮੋਹਣੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਅੰਗ ਅਚੁੱਤ ਤਨਹਿ। ਇਹ ਕੀ ਹੈ? ਸੰਸਕ੍ਰਿਤ ਹੈ। ਤੋ ਸਤਿਗੁਰਾਂ ਨੇ ਭਾਸ਼ਾਵਾਂ ਦੇ ਨਾਮ ਤੇ ਵੀ ਵਿਤਕਰੇ ਖਤਮ ਕਰ ਦਿੱਤੇ। ਪਰ ਇੱਥੇ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਿਓ, ਮਹਾਰਾਜ ਨੇ ਭਾਸ਼ਾਵਾਂ ਦੇ ਨਾਮ ਤੇ ਵਿਤਕਰੇ ਖਤਮ ਕੀਤੇ ਆ, ਪਰ ਲਿਪੀ ਸਤਿਗੁਰਾਂ ਨੇ ਗੁਰਮੁਖੀ ਵਰਤੀ ਹੈ। ਇਹਦਾ ਵੀ ਬੜਾ ਵੱਡਾ ਕਾਰਨ ਹੈ। ਤੁਸੀਂ ਕਦੀ ਮਨ 'ਚ ਸਵਾਲ ਨਹੀਂ ਆਇਆ ਵੀ ਜਿੱਥੇ ਸਤਿਗੁਰਾਂ ਨੇ ਇੰਨੀਆਂ ਭਾਸ਼ਾਵਾਂ ਵਰਤਦੀਆਂ
ਉੱਥੇ ਲਿਪੀ ਜਿਹੜੀ ਹੈ ਉਹ ਗੁਰਮੁਖੀ ਕਿਉਂ ਵਰਤੀ ਮੂਲ ਰੂਪ 'ਚ? ਠੀਕ ਹੈ, ਟਰਾਂਸਲੇਸ਼ਨਸ ਹੋਈਆਂ ਨੇ, ਕਈ ਉਤਾਰੇ ਹੋਏ ਨੇ ਹੋਰ ਭਾਸ਼ਾਵਾਂ ਦੇ ਵਿੱਚ, ਪਰ ਮੂਲ ਰੂਪ ਦੇ ਵਿੱਚ ਲਿਪੀ ਜਿਹੜੀ ਗੁਰਮੁਖੀ ਵਰਤੀ ਗਈ ਹੈ, ਇਹਦਾ ਬਹੁਤ ਵੱਡਾ ਕਾਰਨ ਹੈ। ਤਾਂ ਕਰਕੇ ਮੈਂ ਬੇਨਤੀ ਕਰਾਂਗਾ, ਇੰਗਲਿਸ਼ ਜ਼ਰੂਰ ਸਿੱਖੋ, ਹਿੰਦੂ ਜ਼ਰੂਰ ਸਿੱਖੋ, ਹੋਰ ਭਾਸ਼ਾਵਾਂ ਜਿਹੜੀਆਂ ਸਿੱਖਣੀਆਂ ਸਿੱਖੋ, ਪਰ ਗੁਰਮੁਖੀ ਸਭ ਤੋਂ ਜ਼ਰੂਰ ਸਿੱਖੋ, ਸਭ ਤੋਂ ਪਹਿਲਾਂ ਜ਼ਰੂਰ ਸਿੱਖੋ। ਪੰਜਾਬੀ ਨਹੀਂ ਛੱਡਣੀ। ਇਹਦਾ ਕਾਰਨ ਪਤਾ ਕੀ? ਕਾਰਨ ਬੜਾ ਵੱਡਾ ਹੈ। ਠੀਕ ਹੈ, ਇੰਗਲਿਸ਼ ਨੂੰ ਇੰਟਰਨੈਸ਼ਨਲ ਭਾਸ਼ਾ ਕਹਿੰਦੇ ਆ, ਕਿਉਂਕਿ ਅੰਗਰੇਜ਼ਾਂ ਨੇ ਦੁਨੀਆ 'ਤੇ ਰਾਜ ਕੀਤਾ ਅਤੇ ਆਪਣੀ ਭਾਸ਼ਾ ਦਾ ਪ੍ਰਚਾਰ ਕਰਤਾ, ਉਹਨਾਂ ਨੇ ਇੰਟਰਨੈਸ਼ਨਲ ਲੈਂਗੁਏਜ ਬਣ ਗਈ। ਪਰ ਇਹ ਗੱਲ ਸੱਚਾਈ ਹੈ ਕਿ ਗੁਰਮੁਖੀ ਇੱਕ ਸੰਪੂਰਨ ਭਾਸ਼ਾ ਹੈ। ਸੰਪੂਰਨ ਕਿਉਂ ਹੈ? ਥੋੜ੍ਹੀਆਂ ਜਿਹੀਆਂ ਮੈਂ ਉਦਾਹਰਨਾਂ ਲੈਣਾ ਹੈ। ਕਿਸੇ ਵੀ ਭਾਸ਼ਾ ਦਾ ਕੋਈ ਵੀ ਸ਼ਬਦ ਹੋਵੇ ਪੰਜਾਬੀ 'ਚ ਲਿਖ ਸਕਦੇ ਹਾਂ। ਫਾਦਰ ਇੰਗਲਿਸ਼ ਦਾ ਸ਼ਬਦ ਹੈ, ਇਹਨੂੰ ਪੰਜਾਬੀ 'ਚ ਲਿਖ ਕੇ ਦਿਖਾਓ, ਲਿਖ ਦੋਗੇ। ਫੱਫੇ ਨੂੰ ਕੰਨਾ, ਦੱਦਾ ਤੇ ਰਾਰਾ, ਉਵੇਂ ਹੀ ਪ੍ਰਨਾਊਂਸ ਹੋਏਗਾ ਨਾ। ਫੱਫੇ ਨੂੰ ਕੰਨਾ, ਦੱਦਾ ਰਾਰਾ ਕੀ ਬਣਿਆ? ਫਾਦਰ, ਉਵੇਂ ਹੀ ਪ੍ਰਨਾਊਂਸ ਹੋ ਗਿਆ ਨਾ। ਪਰ ਪੰਜਾਬੀ ਦਾ ਹਰ ਸ਼ਬਦ ਦੂਜੀਆਂ ਭਾਸ਼ਾਵਾਂ 'ਚ ਨਹੀਂ ਲਿਖਿਆ ਜਾਣਾ। ਸੜਕ ਲਿਖ ਕੇ ਦਿਖਾ ਦਿਓ ਇੰਗਲਿਸ਼ 'ਚ, ਹੜਾੜਾ ਬੋਲ ਕੇ ਦਿਖਾਓ ਇੰਗਲਿਸ਼ 'ਚ, ਜਾਂ ਤਾਂ SADAK ਸੜਕ ਬੋਲੋਗੇ, ਜਾਂ SARAK ਸੜਕ ਬੋਲੋਗੇ। ਸੜਕ ਹੜਾੜਾ ਤਾਂ ਬੋਲਿਆ ਹੀ ਨਹੀਂ ਜਾਣਾ। ਤੋ ਇਸ ਕਰਕੇ ਗੁਰਮੁਖੀ ਭਾਸ਼ਾ ਸੰਪੂਰਨ ਭਾਸ਼ਾ ਹੈ। ਦੁਨੀਆ ਦੀ ਕੋਈ ਵੀ ਭਾਸ਼ਾ ਹੋਵੇ, ਉਹ ਹਰ ਸ਼ਬਦ ਉਹਦਾ ਗੁਰਮੁਖੀ 'ਚ ਲਿਖਿਆ ਜਾ ਸਕਦਾ, ਪਰ ਪੰਜਾਬੀ ਦਾ ਹਰ ਸ਼ਬਦ ਹੋਰ ਭਾਸ਼ਾ 'ਚ ਨਹੀਂ ਲਿਖਿਆ ਜਾ ਸਕਦਾ। ਇਸੇ ਕਰਕੇ ਮੂਲ ਰੂਪ ਦੇ ਵਿੱਚ ਮੇਰੇ ਸਤਿਗੁਰਾਂ ਨੇ ਗੁਰਮੁਖੀ ਲਿਪੀ ਵਰਤੀ ਹੈ। ਤੋ ਭਾਸ਼ਾਵਾਂ ਦੇ ਵਿਤਕਰੇ ਖਤਮ ਕੀਤੇ, ਪਰ ਲਿਖਣ ਵਾਸਤੇ ਜਿਹੜੀ ਲਿਪੀ ਵਰਤੀ ਹੈ ਉਹ ਗੁਰਮੁਖੀ ਵਰਤੀ ਮੇਰੇ ਸਤਿਗੁਰਾਂ ਨੇ। ਇਸ ਕਰਕੇ ਬੱਚਿਆਂ ਨੂੰ ਊੜਾ ਐੜਾ ਜ਼ਰੂਰ ਸਿਖਾਓ, ਗੁਰਮੁਖੀ ਜ਼ਰੂਰ ਸਿਖਾਓ। ਤੋ ਖੈਰ, ਸਤਿਗੁਰਾਂ ਦੀ ਗੁਰਬਾਣੀ ਨੇ ਜਿੱਥੇ ਇਹ ਵਿਤਕਰੇ ਖਤਮ ਕੀਤੇ, ਉੱਥੇ ਭਾਸ਼ਾਵਾਂ ਦੇ ਨਾਮ 'ਤੇ ਵੀ ਵਿਤਕਰੇ ਖਤਮ ਕੀਤੇ ਆ। ਅਤੇ ਇਹਨਾਂ ਚੀਜ਼ਾਂ ਤੋਂ ਅਸੀਂ ਤਾਂ ਹੀ ਉੱਠ ਸਕਾਂਗੇ ਕਿਉਂਕਿ ਆਪਾਂ ਥੋੜ੍ਹਾ ਜਿਹਾ ਇਤਿਹਾਸ ਵਾਚਿਆ, ਥੋੜ੍ਹੇ ਜਿਹੇ ਸਿਧਾਂਤ ਵਾਚੇ, ਪਰ ਮੋਟੀਆਂ ਮੈਂ ਗੱਲਾਂ ਜ਼ਰੂਰ ਹੁਣ ਸਾਂਝੀਆਂ ਕਰਨਾ ਚਾਹੁੰਦਾ। ਤੁਸੀਂ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕਦੇ, ਸਾਰੇ ਟੇਕਦੇ ਆ ਨਾ, ਅਸੀਂ ਬਾਹਰੀ ਪ੍ਰਕਿਰਿਆ ਕਰਦੇ ਆ ਨਾ ਸਾਧ ਸੰਗਤ, ਇਹਦੇ ਕੋਈ ਨਾ ਕੋਈ ਭਾਵ ਜ਼ਰੂਰ ਹੈਗੇ ਨੇ, ਕੋਈ ਨਾ ਕੋਈ ਕਾਰਨ ਜ਼ਰੂਰ ਹੈਗੇ ਨੇ। ਬੱਚੇ ਥੋੜ੍ਹੀ ਸ਼ਾਂਤੀ ਦਿਓ, ਵੈਸੇ ਥੋੜ੍ਹਾ ਜਿਹਾ ਟਿਕਾ ਅੱਜ ਘੱਟ ਬਣਦਾ ਪਿਆ। ਖੈਰ, ਜਿੱਥੇ ਵਿਤਕਰੇ ਖਤਮ ਕੀਤੇ ਹੈ ਉੱਥੇ ਇਹ ਵਿਚਾਰਨ ਦਾ ਯਤਨ ਕਰੋ ਵੀ ਜਦੋਂ ਅਸੀਂ ਬਾਹਰ ਦੀਆਂ ਕਿਰਿਆਵਾਂ ਕਰਦੇ ਹਾਂ ਨਾ, ਉਹਦਾ ਕੋਈ ਨਾ ਕੋਈ ਭਾਵ ਜ਼ਰੂਰ ਟਿਕਿਆ, ਅਤੇ ਉਹਨਾਂ ਭਾਵਾਂ ਨੂੰ ਹਿਰਦੇ 'ਤੇ ਧਾਰਨ ਕਰਨਾ ਹੈ। ਜੇ ਹਿਰਦੇ 'ਚੋਂ ਭਾਵ ਨਿਕਲ ਗਿਆ ਨਾ, ਅਤੇ ਬਾਹਰੀ ਤੌਰ 'ਤੇ ਕੇਵਲ ਪਖੰਡ ਹੀ ਰਹਿ ਜਾਂਦਾ ਹੈ ਫਿਰ। ਅਤੇ ਇਸ 'ਤੇ ਹੀ ਤਾਂ ਗੁਰਬਾਣੀ ਨੇ ਜ਼ੋਰ ਦਿੱਤਾ ਸੀ। ਜਨੇਊ ਪਾਉਣਾ, ਮਹਾਰਾਜ ਕਹਿੰਦੇ ਠੀਕ ਹੈ ਤੂੰ ਪਾਉਣਾ ਪਾ, ਸ਼ਰਧਾ ਹੈ ਤੇਰੀ ਪਾ, ਪਰ ਜੇ ਅੰਦਰੋਂ ਉਹ ਕਨਸੈਪਟ ਹੀ ਨਿਕਲ ਗਿਆ ਅਤੇ ਤੇਰਾ ਭੇਖ ਕੀ ਰਹਿ ਜੂਗਾ ਫਿਰ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਿਖਾਇਆ ਸੀ ਨਾ, ਮਹਾਰਾਜ ਨੇ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਤੀ ਅਤੇ ਖੇਤ ਦੇ ਵਿੱਚ ਛੱਡ ਦਿੱਤਾ। ਹੁਣ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਹੋਈ ਹੈ ਅਤੇ ਲੋਕਾਂ ਸਮਝਿਆ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਅਤੇ ਕੋਈ ਨੇੜੇ ਨਾ ਲੱਗੇ। ਅਤੇ ਖੋਤਾ ਕਹਿੰਦਾ ਵੀ ਆਪਾਂ ਨੂੰ ਤਾਂ ਮੌਜਾ ਬਣ ਗਿਆ, ਮੈਨੂੰ ਤਾਂ ਕੋਈ ਟੋਕਦਾ ਨਹੀਂ ਪਿਆ। ਖੁੱਲ੍ਹ ਕੇ ਉਹਨੇ ਫਸਲ ਚਰੀ, ਜੋ ਵੀ ਫਸਲ ਸੀ ਸਾਰੀ ਉਜਾੜ ਦਿੱਤੀ, ਅਤੇ ਕੋਈ ਡਰਦਾ ਨੇੜੇ ਨਾ ਆਵੇ ਵੀ ਇਹ ਤਾਂ ਸ਼ੇਰ ਹੈ। ਪਰ ਕੁਝ ਸਮਾਂ ਲੰਘਿਆ ਅਤੇ ਉਹ ਖੇਤ ਦੇ ਮਾਲਕ ਨੇ ਕੀ ਸੁਣਿਆ ਵੀ ਜਿਹਦੇ ਸਰੀਰ 'ਤੇ ਸ਼ੇਰ ਦੀ ਖੱਲ ਪਈ ਹੈ ਨਾ, ਉਹ ਜਦੋਂ ਹਿੰਗਿਆ, ਉਹਨੇ ਬੋਲਿਆ, ਆਵਾਜ਼ ਕੀਤੀ, ਅਤੇ ਪਤਾ ਲੱਗਾ ਵੀ ਖਾਲੀ ਸ਼ੇਰ ਦੀ, ਅੰਦਰੋਂ ਤਾਂ ਇਹ ਖੋਤਾ ਨਿਕਲਿਆ। ਅਤੇ ਮੇਰੇ ਵਰਗੇ ਜੇ ਆ ਸ਼ੇਰ ਦੀ ਖੱਲ ਹੈ ਜੀ, ਆ ਨੀਲਾ ਬਾਣਾ ਸ਼ੇਰ ਦੀ ਖੱਲ ਹੈ, ਆ 5 ਕਕਾਰ ਸ਼ੇਰ ਦੀ ਖੱਲ ਹੈ, ਅਤੇ ਮਨਾ ਵੇਖੀ ਕਿਤੋਂ ਅੰਦਰੋਂ ਖੋਤਾ ਨਾ ਨਿਕਲ ਜੀ, ਵੀ ਇਹ ਨਾ ਹੋਵੇ ਵੀ ਸ਼ੇਰ ਦੀ ਖੱਲ ਹੀ ਪਾਈ ਹੋਵੇ ਅਤੇ ਅੰਦਰੋਂ ਖੋਤੇ ਹੀ ਨਿਕਲ ਜਾਈਏ। ਤੋ ਕਹਿਣ ਤੋਂ ਭਾਵ ਕੀ ਆ ਵੀ ਜਿਹੜੇ ਕਰਮ ਕਰਨੇ ਆ ਅਸੀਂ, ਉਹ ਕੇਵਲ ਬਾਹਰੀ ਤੌਰ 'ਤੇ ਨਾ ਹੋਣ, ਅੰਦਰੋਂ ਉਹਨਾਂ ਦਾ ਭਾਵ ਟਿਕਣਾ ਬਹੁਤ ਜ਼ਰੂਰੀ ਆ। ਮੱਥੇ ਟੇਕਣ ਦਾ ਭਾਵ ਕੀ ਹੈ ਭਲਾ? ਮੱਥਾ ਕਿਉਂ ਟੇਕਦੇ ਅਸੀਂ? ਮੱਥਾ ਜਦੋਂ ਟੇਕਦੇ ਆਪਣਾ ਸਿਰ ਗੁਰੂ ਦੇ ਚਰਨਾਂ 'ਤੇ ਰੱਖ ਦਿੰਦੇ ਆ, ਅਤੇ ਆ ਮੱਥੇ 'ਚ ਕੀ ਹੁੰਦੀ ਆ? ਸਾਡੀ ਮੱਤ ਹੁੰਦੀ ਹੈ। ਅਤੇ ਜਦੋਂ ਅਸੀਂ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖਿਆ ਨਾ, ਇਹਦਾ ਮਤਲਬ ਇਹ ਹੁੰਦਾ ਵੀ ਗੁਰੂ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਆਪਣੀ ਮੱਤ ਤੈਨੂੰ ਦੇ ਚੱਲਿਆ, ਹੁਣ ਜਿਵੇਂ ਦੀ ਬਣਾਉਣਾ ਬਣਾ ਦੀ। ਕਹਿਣ ਤੋਂ ਭਾਵ ਕਿ ਮੈਂ ਆਪਣੇ ਜੀਵਨ 'ਚ ਉਹੀ ਕੰਮ ਕਰਾਂਗਾ ਜੋ ਤੂੰ ਕਹੇਂਗਾ, ਜੋ ਤੂੰ ਕਹੇਂਗਾ ਉਹੀ ਕੰਮ ਕਰਾਂਗਾ। ਅਤੇ ਪਰਿਕਰਮਾ ਕਰਦੇ ਹਾਂ। ਪਰਿਕਰਮਾ ਦਾ ਕੀ ਸਿਧਾਂਤ ਹੈ? ਪਰਿਕਰਮਾ ਕਾਹਦੀਆਂ ਕਰਦੇ ਅਸੀਂ? ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਦੇ ਹਾਂ ਨਾ ਅਸੀਂ। ਇਹਦਾ ਸਿਧਾਂਤ ਇਹ ਹੈ ਕਿ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਮੇਰੀ ਸ਼ਬਦ ਗੁਰੂ ਦੇ ਆਲੇ ਦੁਆਲੇ ਘੁੰਮੇਗੀ, ਇਹਦੇ ਤੋਂ ਬਾਹਰ ਨਹੀਂ ਹੋਏਗੀ।
मेरे जीवन च ये झलकूगा कि हक पराया नानका उस सूअर उस गाए, गुर पीर हामा तां भरे, जां मुरदार ना खाए। गुरु ग्रंथ साहिब की परिक्रमा करने वाला पराया हक किवें खा लूगा, हराम दी किवें खा लूगा। गुरु ग्रंथ साहिब की परिक्रमा करने वाला काम तो काम अगे किवें झुक जूगा। गुरु ग्रंथ साहिब की परिक्रमा करने वाला गुरु के सिद्धांत तो उल्ट किवें हो जाऊगा। इस करके जे परिक्रमा करते हो ना, एवें दियां परिक्रमा भी जरूर करियो कि सारी जिंदगी साडी शब्द के इर्द गिर्द घूमनी चाहिए है। नहीं तो महाराज कहते सलाम जवाब दोवें करे मुंडो कुत्था जाए। सलाम भी करता पिया ते जवाब भी दई जाना, मत्था भी टेक लिया ते मर्जियां आपदियां करदा फिरदा। ते एक विद्वान की मैनूं बड़ी प्यारी गल लगी, वो एक बारी वो विचार कर रहे सी। तुसीं देखो जदों असीं आए, असीं गुरु साहब नूं मत्था टेकिया ना, कुछ पैसे भी टेकदे आ ना, किसी ने 10 रुपए टेके होणगे, किसी ने 20 रुपए टेके होणगे। तुसीं 10 रुपए टेके इत्थों, मान लो मैं आया 10 रुपए मत्था टेकिया, परिक्रमा कीती, कुछ समा बैठिया ते मैं हुण जाण लगा ते जाण लग्गिया जिहड़े 10 रुपए टेके सी जां 100 रुपया टेका सी मैं फड़ के जेब च पा के तुरन लगा तो पै जाओगे ना मेरे पिछों भी चोर चोर फड़ लो, चोर आ गया, इंज ही करोगे ना कि सत्कार दोगे भी बाबा जी होर लै जाओ, इंज तो नहीं कहोगे ना। इंज ही कहोगे ना भी चोर आ गया भी चोर फड़ लो, गोलक चो पैसे चुक लेने। तो मैं कहां भी मैं चोर किवें होया, मैं ही तो टेके सी, वो जिहड़े 10 रुपए मैं टेके सी उही चक्के आ, मैं होर नहीं चक्के। तो लोग की कहणगे, की आखोगे तुसीं, गोलक च टेके हुए पैसे एक बारी टेक दिते दोबारा चक्के नहीं जाते हुंदे। जे गोलक दे विच पाए हुए 10 रुपए वापस चक्के नहीं जा सकते, एक बारी टेकिया होया मत्था क्यों वापस जाके चुक लैने असीं। जे करी टेक दिता इत्थे मत्था, मत गुरु नूं सौंप दिती, तो फिर बाहर जाके मर्जी करना भी तो चोर ही होना है ना, भी मत्था टेकता फिर चुक के वापस लै गए, अपनी मर्जी करते पे। इस करके इस सिद्धांत नूं समझिओ। महाराज कहंदे जे तू मत्था टेकदा ना, एक मैं भाई गुरदास जी दे भी बचन साझे करना चाहुंदा। भाई गुरदास कहंदे जे गुरु ग्रंथ साहिब नूं मनदे हो ना, ते गुरु ग्रंथ साहिब दी मन्निओ भी। पूछत पथक तिह मार्ग ना धारै पग, प्रीतम के देश कैसे बातन सह जाइए। कहंदे मान लो असीं हुण किते, मान लो असीं इत्थे आए आ, लोहारा पिंड है ना, नाम भुल जाता मैनूं। हुण असीं पुछदे आए, चलो साडे नाल ओही बंदा बैठा सी जिहड़ा पहिलों दा सी इत्थे। हुण वारी वारी गुरु कमलप्रीत सिंह पुछदे सी, हाँ जी किरणदीप कौर दसो किधर नूं मुड़ना है। हुण पुछी तां जाइए भी कित्थे जाना है, किवें जाना है, ते पुछ के जे गुरु कमलप्रीत सिंह कार साइड ते खिलार देन, हाँ भी मैं पुछ लिया तो काम हो गया मेरा, पहुँच जू अपनी मंजिल ते। तुसीं किते जाना होवे, जलंधर पहुँचना है, तुहानूं रस्ता नहीं पता, तो पुछ लिया बापू जी तो, बापू जी समझाओ भी किवें जाना उत्थे, तो बापू जी समझाण भी ये वाली डायरैक्शन ले लिओ, तो फलानी जगह ते जाना है, तो गूगल मैप ते लोकेशन भी ला लईए, तो लोकेशन ला के मैं जाके बैड ते सौ जावां, गल बन गई, तो इस तरह पहुँच जोगे मंजिल ते। तो कोई कहे भी भाई पहुँचा क्यों नहीं, हुण मैं मान लो इत्थे कथा करनी है, तो मैं घरे ही लोकेशन ला के बह गया, तो बापू जी पुछन भाई आया क्यों नहीं, तो मैं कहां मैं तो लोकेशन तो ला ली सी, मेरा तो काम हो गया सी, होर की करना मैं, गल बन जूगी उहदे नाल। ते किते असीं भी गुरु नाल इंज तां नहीं करदे पए, पुछी तां रोज़ जाने आ, किव सचियारा होई है, किव कूड़ा तुट्टे पल, रोज़ पुछदे आ ना, दसो रोज़ पढ़दे आ ना जपजी साहब, रोज़ पुछदे आ, ते गड्डी तोड़दे भी आ उस रस्ते ते कि नहीं, कि कल्ला लोकेशन ला के ही सर जूगा। आ लोकेशन लाउणा ही होया ना। कहंदे जे पूछत पथक ते मार्ग ना धारै पग, प्रीतम के देश कैसे बातन सह जाइए। उंज रोज़ पुछी जाना है भी किवें जाना है, किवें जाना है, गुरु दसी भी जाता है भी एवें जाना है, एवें जाना है। कहंदे गल्लां बातां नाल तां नहीं ना पहुँच जाएगा, तुरना पैना तैनूं, रस्ते ते तुरना पैना फिर पहुँचेगा। असी बस पुछदे रह जाने सारी जिंदगी, तुरदे है नहीं। पूछत पथक ते मार्ग ना धारै पग, प्रीतम के देश कैसे बातन सह जाइए। पूछत है बैद खाद औखद ना संजम सह। मैं हुण वार वार भाई गुरदास जी दे हर कथा च इस करके बचन साझे करदा हुन्ना है, क्योंकि गुरु अर्जन साहब ने ना भाई गुरदास नूं गुरबाणी दी कुंजी आख्या। ताले नूं खोलना होवे चाबी दी लोड़ पैंदी है, ते गुरबाणी दे भाव खोलने ने ना भाई गुरदास दी ओह चाबी लाउणी पैणी है, ते भाई गुरदास खोलदे पए ने। पूछत पथक ते मार्ग ना धारै पग, प्रीतम के देश कैसे बातन सह जाइए। पूछत है बैद खाद औखद ना संजम सह, कैसे मिटै रोग सुख सहज समाइए। तुहानूं बुखार चढ़ जे, बीमार हो जाओ, तुसीं डॉक्टर कोल जाओ, डॉक्टर तुहानूं परहेज भी दस दवे ते दवाई भी पुड़ी च पा के दे दवे,
ਦਵਾਈ ਲੈ ਕੇ ਆ ਗਏ ਤੇ ਜੇਬ 'ਚ ਪਾ ਕੇ ਸੌਂ ਗਏ, ਖਾਧੀ ਕਦੀ ਨਾ। ਤੇ 10 ਦਿਨ ਬਾਅਦ ਜਾ ਕੇ ਡਾਕਟਰ ਨੂੰ ਲਾਮੇ ਦਵੋ, ਡਾਕਟਰਾ ਤੇਰੀ ਤਾਂ ਦਵਾਈ ਮੇਰੇ ਤੇ ਕੰਮ ਨਹੀਂ, ਮੈਂ ਤਾਂ ਠੀਕ ਨਹੀਂ ਹੋਇਆ। ਡਾਕਟਰ ਕਿਹੋ ਜਾਏ, ਮੈਂ ਇਹਦੇ ਕੋਲ ਆਇਆ, ਮੈਂ ਤਾਂ ਠੀਕ ਹੀ ਨਹੀਂ ਹੋਇਆ। ਤੇ ਲਾਮੇ ਦੋ ਜਾ ਕੇ, ਡਾਕਟਰ ਕੀ ਕਹੂਗਾ? ਦਵਾਈ ਖਾਧੀ ਹੂ, ਪਰਹੇਜ਼ ਕੀਤਾ ਕਿ ਨਹੀਂ ਕੀਤਾ? ਤੇ ਮੈਂ ਕਹਾਂ ਵੀ ਦਵਾਈ ਲੈ ਕੇ ਗਿਆ, ਮੈਂ ਜੇਬ 'ਚ ਪਾ ਲਈਆਂ ਸੀ, ਬਸ ਖਾਧੀ ਨਹੀਂ। ਤੇ ਦਵਾਈ ਲੈ ਕੇ ਆਉਣ ਦੇ ਨਾਲ ਹੀ ਬਸ ਠੀਕ ਹੋ ਜਾਓਗੇ ਤੁਸੀਂ? ਇਕੱਲੇ ਡਾਕਟਰ ਕੋਲ ਜਾਣ ਦੇ ਨਾਲ ਠੀਕ ਹੋ ਜਾਓਗੇ? ਆ ਡਾਕਟਰ ਕੋਲ ਅਸੀਂ ਰੋਜ਼ ਆਉਂਦੇ ਹਾਂ, ਹੁਣ ਵੀ ਆਏ ਹਾਂ, ਦਵਾਈ ਦੇ ਵੀ ਰਹੇ ਨੇ ਗੁਰੂ ਸਾਹਿਬ, ਖਾਂਦੇ ਵੀ ਹਾਂ ਕਦੀ ਕਿ ਨਹੀਂ? ਪਰਹੇਜ਼ ਕਰਦੇ ਵੀ ਹਾਂ ਕਿ ਨਹੀਂ? ਜੇ ਦਵਾਈ ਖਾਧੀ ਹੀ ਨਾ, ਜੇ ਪਰਹੇਜ਼ ਕੀਤਾ ਹੀ ਨਾ, ਤੇ ਡਾਕਟਰ ਦੇ ਕੋਲ ਆਉਣ ਦਾ ਫਾਇਦਾ ਕੀ ਹੋਏਗਾ? ਕੇਵਲ ਡਾਕਟਰ ਦੇ ਕੋਲ ਆਉਣ ਦੇ ਨਾਲ ਮਰੀਜ਼ ਠੀਕ ਨਹੀਂ ਹੋ ਜਾਂਦੇ। ਠੀਕ ਤਾਂ ਹੋਵੇਗਾ ਜੇ ਦਵਾਈ ਖਾਏਗਾ, ਪਰਹੇਜ਼ ਰੱਖੇਗਾ। ਮਹਾਰਾਜ ਕਹਿੰਦੇ ਪੂਛਤ ਪਥਕ ਤਿਹ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈਐ। ਪੂਛਤ ਹੈ ਬੈਦ ਖਾਦ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੈ ਵਿਚਾਰ ਕਤ ਸਹਿਜਾ ਬੁਲਾਈਐ। ਇੱਕ ਇਸਤਰੀ ਜਿਹਦਾ ਪਤੀ ਉਹਨੂੰ ਪਿਆਰ ਨਹੀਂ ਕਰਦਾ, ਜਿਹਦਾ ਪਤੀ ਉਹਨੂੰ ਪਸੰਦ ਨਹੀਂ ਕਰਦਾ, ਤੇ ਉਹ ਇਸਤਰੀ ਫਿਰ ਕਿਸੇ ਸੁਹਾਗਣ ਤੋਂ ਜਾ ਕੇ ਪੁੱਛਦੀ ਆ ਵੀ ਭੈਣੇ ਦੱਸ ਪਤੀ ਨੂੰ ਕਿਵੇਂ ਖੁਸ਼ ਕਰੀਦਾ ਹੈ। ਹੁਣ ਪੁੱਛੀ ਤਾਂ ਰੋਜ਼ ਜਾਵੇ, ਹੁਣ ਇਹ ਉਦਾਹਰਨ ਭਾਈ ਗੁਰਦਾਸ ਨੇ ਲਈ, ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਹੁਣ ਪੁੱਛੀ ਤਾਂ ਰੋਜ਼ ਜਾਵੇ ਵੀ ਭੈਣੇ ਦੱਸ ਪਤੀ ਕਿਵੇਂ ਖੁਸ਼ ਕਰੀਦਾ ਹੈ। ਉਂਝ ਗੱਲਾਂ ਸੁਹਾਗਣਾਂ ਵਾਲੀਆਂ ਸਿੱਖੇ, ਕੰਮ ਦੁਹਾਗਣਾਂ ਵਾਲੇ ਕਰੀ ਜਾਵੇ। ਦੁਹਾਗਣ ਦਾ ਅਰਥ ਕੀ ਹੁੰਦਾ ਹੈ? ਦੁਹਾਗਣ ਦਾ ਅਰਥ ਇਹ ਨਹੀਂ ਹੁੰਦਾ ਵੀ ਜਿਹਦਾ ਪਤੀ ਮਰ ਗਿਆ। ਦੁਹਾਗਣ ਦਾ ਅਰਥ ਹੁੰਦਾ ਵੀ ਪਤੀ ਜਿਉਂਦਾ ਹੈ, ਪਰ ਪਤੀ ਦੇ ਹੁੰਦਿਆਂ ਸੁਣਦਿਆਂ ਵੀ ਕਿਸੇ ਹੋਰ ਨਾਲ ਚਿੱਤ ਜੋੜੀ ਬੈਠੀ ਹੈ, ਉਹਨੂੰ ਦੁਹਾਗਣ ਕਹਿੰਦੇ ਆ। ਆਹ ਪਤੀ ਦੇ ਹੁੰਦਿਆਂ ਸੁਣਦਿਆਂ ਹੋਰਾਂ ਅੱਗੇ ਜਾ ਕੇ ਮੱਥੇ ਟੇਕੀਏ ਤੇ ਅਸੀਂ ਦੁਹਾਗਣ ਨਾ ਹੋਏ ਤੇ ਫਿਰ ਕੀ ਹੋਏ? ਦੁਹਾਗਣ ਹੀ ਹੋਏ ਨਾ। ਇਸੇ ਕਰਕੇ ਭਾਈ ਗੁਰਦਾਸ ਨੇ ਇਹ ਵੀ ਕਿਹਾ, ਜੈਸੇ ਬਛੜਾ ਬਿਸ਼ਰ ਪਰੈ ਆਣ ਗਾਏ ਥਣ, ਦੁਗਧ ਨਾ ਪਾਣ ਕਰੈ ਮਾਰਤ ਹੈ ਲਾਤ ਕੀ। ਇੱਕ ਬੱਚੇ ਨੂੰ ਭੁੱਖ ਲੱਗੀ ਹੋਵੇ, ਉਹ ਆਪਣੀ ਮਾਂ ਗਾਂ ਦੇ ਥੱਲੇ ਜਾ ਕੇ ਤਾਂ ਦੁੱਧ ਚੁੰਘ ਸਕਦਾ ਹੈ, ਪਰ ਇੱਕ ਬੱਚਾ ਪਰਾਈ ਗਾਂ ਦੇ ਥੱਲੇ ਜਾਵੇ ਲੱਤਾਂ ਪੈ ਸਕਦੀਆਂ, ਦੁੱਧ ਨਹੀਂ ਮਿਲ ਸਕਦਾ। ਹੰਸ ਨੇ ਮੋਤੀ ਚੁਗਨੇ ਨੇ ਤੇ ਮਾਨ ਸਰੋਵਰ 'ਚ ਜਾਣਾ ਪਏਗਾ, ਛੱਪੜੀ 'ਚ ਬਹਿ ਕੇ ਉਹ ਮੋਤੀ ਨਹੀਂ ਚੁਗ ਸਕਦਾ। ਪੁੱਤ ਨੂੰ ਚੀਜ਼ ਚਾਹੀਦੀ ਹੋਵੇ, ਪਿਤਾ ਤੋਂ ਮੰਗੇ ਤੇ ਗਵਾਂਢੀਆਂ ਕੋਲ ਜਾ ਕੇ ਕਵੇ ਵੀ ਮੈਨੂੰ 10 ਰੁਪਏ ਦੇ ਦੇ, ਤੇ ਉਹ ਕੀ ਕਹੂਗਾ? ਜਾਂ ਆਪਦੇ ਡੈਡੀ ਕੋਲ ਜਾ ਕੇ ਮੰਗ ਆ ਗਿਆ ਮੂੰਹ ਚੱਕ ਕੇ, ਇੰਝ ਹੀ ਕਹੂਗਾ ਨਾ। ਤੇ ਤੁਹਾਨੂੰ ਮੈਂ ਸੱਚ ਦੱਸਾਂ, ਅਸੀਂ ਭਾਵੇਂ ਚਲੇ ਤਾਂ ਜਾਂਦੇ ਹਾਂ ਹੋਰ ਡੇਰੇਦਾਰਾਂ ਕੋਲ, ਬਾਬਿਆਂ ਕੋਲ, ਉਹ ਭਾਵੇਂ ਬਾਹਰੋਂ ਨਹੀਂ ਦੱਸਦੇ ਕਿਉਂਕਿ ਉਹਨਾਂ ਦਾ ਧੰਦਾ ਚੱਲਦਾ ਹੈ, ਅੰਦਰੋਂ ਅੰਦਰ ਇਹੀ ਕਹਿੰਦੇ ਪਏ ਆਪਦੇ ਡੈਡੀ ਦੇ ਹੋ ਨਹੀਂ ਸਕੇ ਮੇਰੇ ਕੋਲ ਆ ਗਏ। ਆਹ ਸਾਡਾ ਪਾਪਾ ਜੀ ਨੇ, ਆਹ ਸਾਡੇ ਪਿਤਾ ਜੀ ਨੇ। ਮੰਗਣਾ ਆਪਦੇ ਪਿਤਾ ਕੋਲੋਂ ਜਾ ਕੇ ਮੰਗੋ। ਤੋ ਮਹਾਰਾਜ ਕਹਿੰਦੇ ਗੱਲਾਂ ਸੁਹਾਗਣਾਂ ਦੀਆਂ ਪੁੱਛਦਾ, ਕੰਮ ਦੁਹਾਗਣਾਂ ਦੇ ਕਰੀ ਜਾਂਦਾ ਹੈ, ਇੰਜ ਤਾਂ ਗੱਲ ਨਹੀਂ ਨਾ ਬਣਨੀ। ਇਸੇ ਤਰ੍ਹਾਂ ਗਾਏ ਸੁਣੇ ਆਖੇ ਮੀਚੈ, ਪਾਈਐ ਨਾ ਪਰਮਗਤ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਕੇਵਲ ਅੱਖਾਂ ਮੀਟਣ ਦੇ ਨਾਲ ਰੱਬ ਨਹੀਂ ਮਿਲ ਜਾਣਾ, ਕੇਵਲ ਗਾਉਣ ਦੇ ਨਾਲ ਰੱਬ ਨਹੀਂ ਮਿਲ ਜਾਣਾ, ਕੇਵਲ ਸੁਣਨ ਦੇ ਨਾਲ ਰੱਬ ਨਹੀਂ ਮਿਲ ਜਾਣਾ, ਜਿੰਨੀ ਦੇਰ ਤੱਕ ਉਹਨਾਂ ਬਚਨਾਂ ਨੂੰ ਮੰਨਦੇ ਨਹੀਂ ਅਸੀਂ। ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ, ਜਿੰਨੀ ਦੇਰ ਤੱਕ ਇਹ ਉਪਦੇਸ਼ ਨੂੰ ਜੀਵਨ 'ਤੇ ਧਾਰਨ ਨਹੀਂ ਕਰਦੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਬ ਮਨਾਉਣ ਆਏ ਆ ਨਾ, ਤੇ ਆਹ ਚੀਜ਼ ਨੂੰ ਗ੍ਰਹਿਣ ਕਰਕੇ ਜਾਓ। ਸਟੂਡੈਂਟ ਮੋਡ 'ਚ ਆ ਜਾਈਏ ਅਸੀਂ ਸਟੂਡੈਂਟ ਮੋਡ 'ਚ ਨਹੀਂ ਨਾ ਆਏ, ਤੇ ਫਿਰ ਕਈ ਵਾਰੀ ਟੀਚਰ ਦਾ ਪੜ੍ਹਾਇਆ ਵੀ ਕੋਈ ਕੰਮ ਨਹੀਂ ਆਉਂਦਾ। ਤੇ ਇਹ ਗੁਰਬਾਣੀ ਦੇ ਵਿੱਚ ਤੁਸੀਂ ਦੇਖੋ ਸਾਨੂੰ ਸਟੂਡੈਂਟ ਮੋਡ 'ਚ ਲਿਆਂਦਾ ਗਿਆ। ਪਹਿਲਾਂ ਸਟੂਡੈਂਟ ਮੋਡ ਸਮਝਦੇ ਹੋ ਨਾ, ਪਹਿਲਾਂ ਸਾਨੂੰ ਇੱਕ ਵਿਦਿਆਰਥੀ ਵਾਲਾ ਦ੍ਰਿਸ਼ਟੀਕੋਣ ਬਣਾਇਆ ਗਿਆ ਸਾਡਾ। ਤੇ ਮੈਂ ਤਾਂ ਬਾਣੀ ਪੜ੍ਹ ਕੇ ਹੈਰਾਨ ਹੁੰਦਾ ਕਈ ਵਾਰੀ ਸਹਿਜ ਪਾਠ ਕਰੀਦਾ, ਕਮਾਲ ਹੋ ਗਈ। ਜਦੋਂ ਸਹਿਜ ਪਾਠ ਕਰਦੇ ਆ ਨਾ, ਤੁਸੀਂ ਕਰਦੇ ਹੋਵੋਗੇ ਸਹਿਜ ਪਾਠ, ਨੋਟ ਕਰਦੇ ਹੋਵੋਗੇ, ਤੁਸੀਂ ਵੀ ਕਰਦੇ ਹੋ ਨਾ, ਕੋਈ ਪੰਕਤੀ ਬੜੀ ਵਧੀਆ ਲੱਗੇ ਨੋਟ ਕਰਦੇ ਹੋਵੋਗੇ। ਮੈਂ ਵੀ ਲਾਲ ਡਾਇਰੀ ਲਾਈ ਹੋਈ, ਇੱਕ ਡਾਇਰੀ ਦਾ ਚਲੋ ਰੰਗ ਲਾਲ ਹੈ, ਤੇ ਉਹਦੇ ਵਿੱਚ ਜਦੋਂ ਵੀ ਸਹਿਜ ਪਾਠ ਕਰੀਦਾ ਹੈ ਨਾ, ਉਹਦੇ 'ਚ ਨੋਟ ਕਰ ਲਈਦੇ ਆ ਵੀ ਆਹ ਬਚਨ, ਉਹਦੇ ਉੱਤੇ ਹੈਡਿੰਗ ਦੇ ਦਈਦੀ ਹੈ ਵੀ ਜਦੋਂ ਕਿਤੇ ਜਿਵੇਂ ਹੁਣ ਪਰਾਏ ਹੱਕ ਦੀ ਗੱਲ ਹੋਵੇ ਤੇ ਉੱਤੇ ਹੈਡਿੰਗ ਦੇਤੀ ਪਰਾਏ ਹੱਕ ਬਾਰੇ ਗੁਰੂ ਸਾਹਿਬ ਦੇ ਬਚਨ, ਤੇ ਥੱਲੇ ਲਿਖਤਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਸ ਤਰ੍ਹਾਂ ਇੱਕ ਡਾਇਰੀ ਭਰੀ ਹੋਈ ਆ, ਆਪਾਂ ਵੀ ਸਾਰੇ ਆਦਤ ਪਾਈਏ। ਤੋ ਖੈਰ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਜਦੋਂ ਅਸੀਂ ਪਾਠ ਕਰਦੇ ਆ ਨਾ, ਕਈ ਬਚਨ ਵਾਹਿਗੁਰੂ ਦੀ ਕਿਰਪਾ ਸਦਕਾ ਮੈਂ ਨੋਟ ਕੀਤੇ ਕਿ ਸਤਿਗੁਰਾਂ ਨੇ ਪਹਿਲਾਂ ਸਾਨੂੰ ਸਟੂਡੈਂਟ ਮੋਡ 'ਚ ਲੈ ਕੇ ਆਉਂਦਾ ਹੈ, ਤੇ ਹਰ ਚੀਜ਼ ਦੇ ਵਿੱਚੋਂ ਸਿਖਾਇਆ ਹੈ। ਕੁੱਤੇ ਤੋਂ ਸਾਨੂੰ ਸਿਖਾਤਾ, ਰੁੱਖਾਂ ਤੋਂ ਸਾਨੂੰ ਸਿਖਾਤਾ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ,
ਕਾਜ ਉਆਉਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਮਹਾਰਾਜ ਕਹਿੰਦੇ ਆ ਰੁੱਖਾਂ ਤੋਂ ਸਿੱਖੋ। ਰੁੱਖ ਨੂੰ ਕੱਟ ਵੀ ਦਿਓ, ਰੁੱਖ ਨੂੰ ਵੱਢ ਵੀ ਦਿਓ, ਪਰ ਜਿਸ ਮਨੁੱਖ ਨੇ ਰੁੱਖ ਨੂੰ ਵੱਢਿਆ, ਉਹ ਵੱਢਿਆ ਹੋਇਆ ਰੁੱਖ ਵੀ ਉਸ ਮਨੁੱਖ ਨੂੰ ਬਚਾਉਂਦਾ ਜੇ। ਉਸ ਕੱਟੇ ਹੋਏ ਰੁੱਖ ਦੀ ਬੇੜੀ ਬਣਾਓ, ਤੇ ਜਿਸ ਮਨੁੱਖ ਨੇ ਵੱਢਿਆ ਹੋਵੇ ਨਾ, ਉਹ ਬੇੜੀ ਬਣ ਕੇ ਉਹ ਰੁੱਖ ਉਹਨੂੰ ਵੀ ਉਸ ਨਦੀ ਤੋਂ ਪਾਰ ਕਰ ਦਿੰਦਾ। ਰੁੱਖ ਤੋਂ ਹੀ ਸਿੱਖ ਲਓ ਕੁਝ। ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ, ਰੁੱਖਾਂ ਤੋਂ ਸਿਖਾਇਆ। ਫਿਰ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਪਾਣੀ ਤੋਂ ਸਿਖਾਤਾ। ਜਿਵੇਂ ਪਾਣੀ ਨੂੰ ਮੈਲ ਨਹੀਂ ਨਾ ਲੱਗਦੀ, ਹਾਲਾਤ ਕੋਈ ਵੀ ਬਣ ਜਾਣ, ਸਿੱਖਾ ਤੇਰਾ ਮਨ ਵੀ ਮੈਲਾ ਨਹੀਂ ਹੋਣਾ ਚਾਹੀਦਾ, ਪਾਣੀ ਵਾਂਗੂ ਨਿਰਮਲ ਹੋ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੂ ਖੋਦੈ ਕੂ ਚੰਦਨ ਲੇਪ। ਧਰਤੀ ਤੋਂ ਸਿਖਾਤਾ ਵੀ ਧਰਤੀ ਤੇ ਭਾਵੇਂ ਕੋਈ ਥੁੱਕ ਸੱਟ ਦਵੇ, ਤੇ ਧਰਤੀ ਤੇ ਭਾਵੇਂ ਕੋਈ ਫੁੱਲ ਲਾ ਦੇਵੇ, ਧਰਤੀ ਨੂੰ ਫਰਕ ਪੈਂਦਾ ਹੈ? ਇੰਜ ਕਦੀ ਹੋਇਆ ਵੀ ਇਹਨੇ ਮੇਰੇ ਤੇ ਥੁੱਕ ਸੁੱਟੀ, ਹੁਣ ਤਾਂ ਮੈਨੂੰ ਠੁੱਡਾ ਮਾਰ ਕੇ ਡੇਗ ਦੇਣਾ? ਇੰਜ ਕਦੀ ਕੀਤਾ ਧਰਤੀ ਨੇ? ਧਰਤੀ ਸਭ ਨੂੰ ਇੰਨਾ ਉਹਦੇ ਵਿੱਚ ਧੀਰਜ ਹੈ ਕਿ ਉਹ ਕਿਸੇ ਦਾ ਬੁਰਾ ਵਿਵਹਾਰ ਵੀ ਸਹਿ ਜਾਂਦੀ ਹੈ, ਉਹ ਕਿਸੇ ਦਾ ਚੰਗਾ ਵਿਵਹਾਰ ਵੀ ਸਹਿ ਜਾਂਦੀ ਹੈ। ਕੀ ਅਸੀਂ ਸਹਾਰ ਪਾਉਂਦੇ ਹਾਂ? ਸਿੱਖਿਆ ਧਰਤੀ ਤੋਂ ਅਸੀਂ ਆਏ ਸਟੂਡੈਂਟ ਮੋਡ 'ਚ। ਅਸੀਂ ਨਾ ਸਾਡੇ ਤੋਂ ਨਿੰਦਿਆ ਸਹਾਰੀ ਜਾਂਦੀ ਹੈ, ਨਾ ਸਾਡੇ ਤੋਂ ਸਿਫਤ ਸਹਾਰੀ ਜਾਂਦੀ ਹੈ। ਕੋਈ ਨਿੰਦਿਆ ਕਰ ਦੇਵੇ ਤਾਂ ਵੀ ਟੁੱਟ ਗਏ, ਹਾਏ ਮੇਰੇ ਬਾਰੇ ਕਿਉਂ ਬੋਲੀ ਜਾਂਦਾ ਇੰਜ। ਤੇ ਕਿਸੇ ਨੇ ਸਿਫਤ ਕਰਤੀ ਤਾਂ ਵੀ ਟੁੱਟ ਜਾਂਦੇ ਆ। ਕਿਸੇ ਨੇ ਸਿਫਤ ਕੀਤੀ ਨਾ, ਆ ਬੜਾ ਆ ਬੀਬੀ ਨੇ ਬੜਾ ਸੋਹਣਾ ਕੀਰਤਨ ਕੀਤਾ, 2 ਦਿਨ ਉਹੀ ਰਿਪੀਟ ਕਰੀ ਜਾਊਗੀ ਮਨ ਦੇ ਵਿੱਚ, ਕਿਵੇਂ ਆਖਿਆ ਸੀ ਮੈਨੂੰ, ਕਿੰਨਾ ਕੁ ਸੋਹਣਾ ਗਾਇਆ ਸੀ ਮੈਂ। 2 ਦਿਨ ਟੁੱਟੇ ਰਹਿੰਦੇ ਆ ਨਾ ਅਸੀਂ ਨਿੰਦਿਆ ਵੀ ਨਹੀਂ ਸਹਾਰ ਪਾਉਂਦੇ, ਅਸੀਂ ਉਸਤਤ ਵੀ ਨਹੀਂ ਸਹਾਰ ਪਾਉਂਦੇ। ਮਹਾਰਾਜ ਕਹਿੰਦੇ ਸਟੂਡੈਂਟ ਮੋਡ 'ਚ ਆ ਧਰਤੀ ਤੋਂ ਸਿੱਖ ਲੈ। ਤੇ ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਏਕ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਹਵਾ ਤੋਂ ਸਿੱਖ। ਹਵਾ ਕਦੀ ਵਿਤਕਰਾ ਨਹੀਂ ਕਰਦੀ। ਗਰੀਬ ਹੋਵੇ ਉਹਨੂੰ ਵੀ ਉਵੇਂ ਹੀ ਲੱਗਦੀ ਹੈ, ਅਮੀਰ ਹੋਵੇ ਉਹਨੂੰ ਵੀ ਉਵੇਂ ਹੀ ਲੱਗਦੀ ਹੈ। ਕਦੀ ਹਵਾ ਨੇ ਇੰਜ ਕੀਤਾ ਕਿ ਗਰੀਬ ਨੂੰ ਤਾਂ ਮੈਂ ਤੱਤੀ ਲੂ ਬਣ ਕੇ ਲੱਗਣਾ ਹੈ, ਤੇ ਆਹ ਬਾਦਸ਼ਾਹ ਨੂੰ ਮੈਂ ਥੋੜ੍ਹੀ ਠੰਡੀ ਠੰਡੀ ਬਣ ਕੇ ਲੱਗਦੀ ਹਾਂ। ਇੰਜ ਕਦੀ ਕੀਤਾ ਹਵਾ ਨੇ? ਹਵਾ ਸਭ ਨੂੰ ਇੱਕੋ ਤਰ੍ਹਾਂ ਟਰੀਟ ਕਰਦੀ ਹੈ। ਤੇ ਜੇ ਹਵਾ ਤੋਂ ਸਿੱਖ ਲਈਏ ਅਸੀਂ, ਤਾਂ ਫਿਰ ਚੌਧਰੀ ਅੱਗੇ ਅਸੀਂ ਝੁਕਾਂਗੇ ਨਹੀਂ, ਤੇ ਗਰੀਬ ਨੂੰ ਰੋਬ ਨਹੀਂ ਮਾਰਾਂਗੇ ਅਸੀਂ, ਜੇ ਸਿੱਖਿਆ ਕਿ ਹੁੰਦਾ ਕਿਤੇ ਹਵਾ ਤੋਂ। ਮਹਾਰਾਜ ਕਹਿੰਦੇ ਅੱਗ ਤੋਂ ਸਿੱਖ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਜਿਉਂ ਪਾਵਕ ਕਾ ਸਹਿਜ ਸੁਭਾਓ। ਜਿਵੇਂ ਅੱਗ ਵਿੱਚ ਕੁਝ ਵੀ ਸੱਟੋ ਮੈਲ ਸਾੜ ਦਿੰਦੀ ਹੈ। ਸੋਨਾ ਨੂੰ ਵੀ ਅੱਗ 'ਚ ਪਾ ਕੇ ਪਵਿੱਤਰ ਕੀਤਾ ਜਾਂਦਾ, ਉਂਝ ਮੈਲਾ ਹੁੰਦਾ ਹੈ। ਅੱਗ ਤੋਂ ਸਿੱਖ ਵੀ ਤੂੰ ਆਪ ਹੀ ਨਹੀਂ ਜਪਣਾ, ਦੂਜਿਆਂ ਨੂੰ ਵੀ ਜਪਾਉਣਾ ਹੈ। ਆਪ ਹੀ ਨਿਰਮਲ ਨਹੀਂ ਰਹਿਣਾ, ਦੂਜਿਆਂ ਦੀ ਵੀ ਮੈਲ ਸਾੜਨੀ ਹੈ। ਆਕਾਸ਼ ਤੋਂ ਸਿਖਾਇਆ, ਜਿਵੇਂ ਆਕਾਸ਼ ਸਰਬ ਵਿਆਪਕ ਹੈ, ਤੂੰ ਵਾਹਿਗੁਰੂ ਨੂੰ ਸਰਬ ਵਿਆਪਕ ਸਮਝ। ਇਹ ਤਾਂ ਚਲੋ ਫਿਰ ਵੀ ਗੱਲਾਂ ਧਰਤੀ ਦੀਆਂ ਹੋਈਆਂ, ਸਿਰੇ ਦੀ ਗੱਲ ਮਹਾਰਾਜ ਨੇ ਤਾਂ ਕਾਮੀਆਂ ਤੋਂ ਵੀ ਸਿਖਾਤਾ। ਜਿਉਂ ਕਾਮੀ ਕਾਮ ਲੁਭਾਵੈ, ਤਿਉਂ ਹਰ ਦਾਸ ਹਰ ਜਸ ਭਾਵੈ। ਮਹਾਰਾਜ ਕਹਿੰਦੇ ਜਦੋਂ ਇੱਕ ਕਾਮੀ ਬੰਦਾ ਕਾਮ ਕਮਾਉਣ ਲੱਗਿਆ ਪੂਰਾ ਕੰਸਨਟਰੇਟ ਹੋ ਜਾਂਦਾ ਹੈ ਨਾ, ਤੂੰ ਰੱਬ ਜਪਣ ਲੱਗਿਆ ਇੰਨਾ ਕੰਸਨਟਰੇਟ ਹੋ ਜਾ ਕਰ। ਕੁੱਤੇ ਤੋਂ ਸਿਖਾ ਦਿੱਤਾ, ਸੁਆਮੀ ਕੋ ਗ੍ਰਹਿ ਜੋ ਸਦਾ ਸੁਆਣ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ, ਭਾਵੇਂ ਠੁੱਡੇ ਵੀ ਪੈਣ। ਕੁੱਤੇ ਤੋਂ ਹੀ ਸਿੱਖ ਲੈ। ਕੁੱਤੇ ਤੋਂ ਸਿਖਾ ਦਿੱਤਾ। ਅਮਲੀ ਤੋਂ ਸਿਖਾਇਆ, ਅਮਲੀ ਸਿਉ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਜਿਵੇਂ ਅਮਲੀ ਦਾ ਅਮਲ ਤੋਂ ਬਿਨਾਂ ਸਰਦਾ ਨਹੀਂ, ਤੇਰਾ ਰੱਬ ਦੇ ਨਾਮ ਤੋਂ ਬਿਨਾਂ ਨਹੀਂ ਸਰਨਾ ਚਾਹੀਦਾ। ਅਮਲੀ ਤੋਂ ਸਿਖਾ ਦਿੱਤਾ। ਤੋ ਕਹਿਣ ਤੋਂ ਭਾਵ ਕੀ ਹੈ, ਮੈਂ ਬਚਨ ਤਾਂ ਬੜੇ ਮਿਲਦੇ ਨੇ ਪਰ ਸਮਾਂ ਹੋਣ ਵਾਲਾ ਹੈ। ਮੈਂ ਇਹ ਬੇਨਤੀ ਕਰ ਰਿਹਾ ਸਟੂਡੈਂਟ ਮੋਡ 'ਚ ਆਈਏ। ਜੇ ਅਸੀਂ ਸਿੱਖ ਬਣ ਗਏ ਨਾ, ਸਿੱਖ ਦਾ ਮਤਲਬ ਹੀ ਆ ਵੀ ਸਟੂਡੈਂਟ ਮੋਡ 'ਚ ਆ ਜਾਓ, ਦ੍ਰਿਸ਼ਟੀਕੋਣ ਬਣਾ ਲਓ ਸਿੱਖਣ ਵਾਲਾ। ਤੇ ਜੇ ਕਿਤੇ ਉਹ ਦ੍ਰਿਸ਼ਟੀਕੋਣ ਬਣਾ ਲਿਆ ਨਾ, ਫਿਰ ਕਿਸੇ ਤੋਂ ਵੀ ਸਿੱਖ ਲਾਂਗੇ। ਅਸੀਂ ਰੁੱਖਾਂ ਤੋਂ ਸਿੱਖਾਂਗੇ, ਧਰਤੀ ਤੋਂ ਸਿੱਖਾਂਗੇ, ਪਾਣੀ ਤੋਂ ਸਿੱਖਾਂਗੇ, ਕਾਮੀਆਂ ਤੋਂ ਸਿੱਖਾਂਗੇ, ਅਮਲੀਆਂ ਤੋਂ ਵੀ ਸਿੱਖ ਲਾਂਗੇ, ਬੁਰੇ ਤੋਂ ਬੁਰੇ ਮਨੁੱਖ ਤੋਂ ਵੀ ਸਿੱਖ ਲਾਂਗੇ। ਕਿਉਂਕਿ ਮਹਾਰਾਜ ਕਹਿੰਦੇ ਸਾਂਝ ਕਰੀ ਜੈ ਗੁਨਾਹ ਕੇਰੀ, ਛੋੜ ਅਵਗਣ ਚੱਲੀ ਹੈ। ਅਵਗਣ ਛੱਡਦਾ ਜਾ, ਛੱਡਦਾ ਜਾ। ਤੋ ਸਤਿਗੁਰੂ ਰਹਿਮਤ ਕਰਨ। ਅਸੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਤੇ ਆਏ ਆ ਨਾ, ਤੋ ਇਸ ਸਿਧਾਂਤ ਨੂੰ ਅਸੀਂ ਧਾਰਨ ਕਰਨਾ ਹੈ। ਇੱਕ ਸਾਖੀ ਕਹਿ ਕੇ, ਉਹ 1 ਮਿੰਟ ਬਚਿਆ ਤੇ 1 ਮਿੰਟ 'ਚ ਹੀ ਮੈਂ ਫਤਿਹ ਬੁਲਾ ਦੇਣੀ ਆ। ਤੁਸੀਂ ਕੀਰਤਨ ਵਾਲੇ ਜੁੜੇ ਹੋ, ਅਸੀਂ ਕੀਰਤਨ ਸੁਣਨ ਵਾਲੇ ਹਾਂ। ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਮੰਗਦੇ ਆ ਨਾ, ਤੇ ਸਾਨੂੰ ਮੰਗਣਾ ਵੀ ਸਿੱਖਣਾ ਚਾਹੀਦਾ। ਸਟੂਡੈਂਟ ਮੋਡ ਚਾਹੀਏ। ਭਾਈ ਮਰਦਾਨਾ ਜੀ ਚਲਾਣਾ ਕੀਤੇ, ਗੁਰੂ ਨਾਨਕ ਸਾਹਿਬ ਜੀ ਨੇ ਆਪ ਅੰਤਮ ਕਿਰਿਆਵਾਂ ਕੀਤੀਆਂ।
ਵਾਪਸ ਜਦੋਂ ਤਲਵੰਡੀ ਆਏ ਨਾ, ਤੇ ਭਾਈ ਮਰਦਾਨੇ ਦੇ ਪੁੱਤਰ ਦਾ ਨਾਮ ਸੀ ਸਹਿਜਾਦਾ ਜੀ, ਉਹਨੂੰ ਮਿਲੇ। ਤੇ ਭਾਈ ਸਹਿਜਾਦੇ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ, ਸਹਿਜਾਦਾ ਜੀ ਤੁਹਾਡੇ ਅੱਬਾ ਬੜੇ ਮਹਾਨ ਸੀ, ਬੜੀ ਘਾਲਣਾ ਕੀਤੀ ਉਹਨਾਂ ਨੇ, ਤੇ ਸਾਡਾ ਜੀ ਕਰਦਾ ਸੀ ਤੁਹਾਨੂੰ ਕੁਝ ਦਈਏ, ਮੰਗੋ ਕੀ ਮੰਗਣਾ ਹੈ। ਤੇ ਤੁਹਾਨੂੰ ਪਤਾ ਉਹਨਾਂ ਨੇ ਕੀ ਮੰਗਿਆ? ਉਸ ਪੁੱਤਰ ਨੇ, ਉਸ ਭਾਈ ਮਰਦਾਨੇ ਦੇ ਪੁੱਤਰ ਨੇ ਹੱਥ ਜੋੜ ਲਏ ਤੇ ਕਹਿਣ ਲੱਗਾ, ਪਾਤਸ਼ਾਹ ਅੱਬਾ ਵੱਡਾ ਏ, ਤੁਸੀਂ ਵੱਡੇ ਹੋ, ਵੱਡਿਆਂ ਨੂੰ ਤਾਂ ਪਤਾ ਹੁੰਦਾ ਹੈ ਕੀ ਮੰਗਣਾ, ਮੈਨੂੰ ਪਤਾ ਨਹੀਂ ਕੀ ਮੰਗਣਾ ਚਾਹੀਦਾ ਹੈ, ਇਸ ਕਰਕੇ ਬਾਬਾ ਮੈਨੂੰ ਵੀ ਉਹੀ ਕੁਝ ਬਖਸ਼ ਦਿਓ ਜੋ ਤੁਸੀਂ ਅੱਬਾ ਨੂੰ ਬਖਸ਼ਿਆ। ਅਸੀਂ ਵੀ ਕਿਤੇ ਅਰਦਾਸ ਕਰੀਏ, ਸਤਿਗੁਰੂ ਸਾਨੂੰ ਨਹੀਂ ਮੰਗਣਾ ਆਉਂਦਾ, ਸਾਨੂੰ ਵੀ ਉਹੀ ਕੁਝ ਬਖਸ਼ ਦਿਓ ਜੋ ਤੁਸੀਂ ਭਾਈ ਮਰਦਾਨੇ ਨੂੰ ਬਖਸ਼ਿਆ, ਜੋ ਤੁਸੀਂ ਭਾਈ ਮਣੀ ਸਿੰਘ ਨੂੰ ਬਖਸ਼ਿਆ। ਸਤਿਗੁਰੂ ਰਹਿਮਤ ਕਰਨ। ਅਸੀਂ ਇਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਉਣਾ ਹੈ। ਵਿਚਾਰ ਕਰਦੇ ਆ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।